ਵਾਹਿਗੁਰੂ ਸਾਹਿਬ ਜੀ। ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਐ। ਮਨ ਲੋਚੈ ਬੁਰਿਆਈਆਂ, ਗੁਰ ਸ਼ਬਦੀਏ ਮਨ ਹੋੜੀਐ। ਬਾਹੇ ਜਿਨ੍ਹਾਂ ਦੀ ਪਕੜੀਏ, ਸਿਰ ਦੀਜੈ ਬਾਈ ਨ ਛੋੜੀਐ। ਗੁਰੂ ਤੇਗ ਬਹਾਦਰ ਬੋਲਿਆ, ਤਰ ਪਈਏ ਧਰਮ ਨਾ ਛੋੜੀਏ। ਡੰਡੌਤ ਬੰਧਨ ਅਨਕ ਬਾਰ, ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਔਰ ਨਿਵਾਜੀ ਸਤਿਗੁਰੂ ਜੀ ਦਾ ਖਾਸ ਰੂਪ ਗੁਰੂ ਖਾਲਸਾ ਸਤ ਸੰਗਤ ਜੀ, ਸਾਰੇ ਜਿੰਨੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਚਰਨਾਂ ਨਾਲ ਜੁੜ ਬੈਠੇ ਹੋ, ਫਤਿਹ ਦੀ ਸਾਂਝ ਪਾਓ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਧੰਨ 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 ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਸ਼ਹਾਦਤ ਦਾ ਦਿਹਾੜਾ ਹੈ। ਧੰਨ ਧੰਨ ਗੁਰੂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਦਾ ਦਿਹਾੜਾ ਹੈ ਜੀ। ਮਹਾਰਾਜ ਦੀ ਅਦੁੱਤੀ ਸ਼ਹਾਦਤ ਨੂੰ ਮਨਾਉਂਦੇ ਹੋਏ ਅੰਮ੍ਰਿਤ ਵੇਲੇ ਦੇ ਸੱਚੇ ਪਾਤਸ਼ਾਹ ਦੇ ਦਰਬਾਰ ਸਜਰੇ ਤੁਰਕੀ ਬਾਣੀ ਦਾ ਜਾਪ ਹੋਇਆ। ਗੁਰੂ ਤੇਗ ਬਹਾਦਰ ਮਹਾਰਾਜ ਦੀ 9ਵੇਂ ਮਹੱਲੇ ਦੀ ਬਾਣੀ ਦਾ ਜਾਪ ਕੀਤਾ ਗਿਆ। ਆਓ ਹੁਣ ਕੁਝ ਸਮਾਂ ਗੁਰੂ ਚਰਨਾਂ ਨਾਲ ਜੁੜ ਕਰਕੇ ਗੁਰੂ ਦੇ ਸ਼ਹਾਦਤ ਦਾ ਇਤਿਹਾਸ ਆਪਾਂ ਸਰਵਣ ਕਰੀਏ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਪ੍ਰਥਾਏ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਉਪਦੇਸ਼ ਹੈ। ਇਹ 9ਵੇਂ ਪਾਤਸ਼ਾਹ ਤੱਕ ਅਰਦਾਸ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਚਾਰਨ ਕੀਤੀ। ਤੇਗ ਬਹਾਦਰ ਸਿਮਰਿਐ, ਘਰ ਨੌ ਨਿੰਦਿਆ ਵੈ ਧਾਏ, ਸਭ ਥਾਈ ਹੋਏ ਸਹਾਏ। ਗੁਰੂ ਤੇਗ ਬਹਾਦਰ ਨੂੰ ਚੇਤੇ ਕਰਨ ਨਾਲ, ਸਿਮਰਨ ਕਰਨ ਨਾਲ, ਧਿਆਨ ਨਾਲ, ਅਰਾਧਨ ਕਰਨ ਨਾਲ ਘਰ ਵਿੱਚ ਸਾਰੀਆਂ ਬਰਕਤਾਂ ਆ ਜਾਂਦੀਆਂ ਨੇ, 9 ਨਿਧੀਆਂ ਪ੍ਰਾਪਤ ਹੋ ਜਾਂਦੀਆਂ। ਘਰ ਨੌ ਨਿੰਦਿਆ ਵੈ ਧਾਏ। ਤੇ ਧੰਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਭ ਥਾਈਂ ਸਹਾਇਕ ਹੁੰਦੇ ਨੇ, ਸੇਵਕ ਦੇ ਸਹਾਏ ਹੁੰਦੇ ਨੇ ਮਹਾਰਾਜ। ਸਭ ਥਾਈਂ ਸਹਾਈ ਨੇ ਮਹਾਰਾਜ। ਸਾਰੀਆਂ ਥਾਵਾਂ ਤੇ ਮਹਾਰਾਜ ਦੀ ਪਹੁੰਚ ਹੈ। ਅੱਜ ਵੀ ਮਹਾਰਾਜ ਸਭ ਥਾਈਂ ਸਹਾਈ ਨੇ। ਸਭ ਥਾਈਂ ਹੋਏ ਸਹਾਏ, ਹੋਏ ਵੀ ਨੇ, ਹੋ ਵੀ ਰਹੇ ਨੇ, ਹੋਣਗੇ ਵੀ ਮਹਾਰਾਜ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਆਨੰਦਪੁਰ ਸਾਹਿਬ ਵਿਖੇ ਮਹਾਰਾਜ ਨਿਵਾਸ ਰੱਖਦੇ ਨੇ ਤੇ ਸੱਚੇ ਪਾਤਸ਼ਾਹ ਦੇ ਘਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅਵਤਾਰ ਤਾਂ ਹੋ ਚੁੱਕਾ ਸੀ। ਕੋਈ 9 ਸਾਲ ਦੇ ਲਗਭਗ ਮਹਾਰਾਜ ਦੀ ਉਮਰ ਸੀ। ਪਹਿਲਾ ਨਾਂ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਗੋਬਿੰਦ ਰਾਏ। ਗੁਰੂ ਗੋਬਿੰਦ ਰਾਏ ਵੀ ਉਸ ਵਕਤ ਆਨੰਦਪੁਰ ਸਾਹਿਬ ਵਿਖੇ ਹੀ ਸੀ।
ਇੱਕ ਦਿਨ ਅਚਰਜ ਦੀ ਘਟਨਾ ਹੋਈ। ਕਸ਼ਮੀਰ ਦੇ ਪੰਡਤ ਬੜੇ ਦੁਖਿਆਰੇ, ਬੜੇ ਦੁਖੀ, ਬੜੇ ਉਪਰਾਮ ਮਹਾਰਾਜ ਕੋਲ ਹਾਜ਼ਰ ਹੋਏ। ਕਿਉਂ ਹਾਜ਼ਰ ਹੋਏ? ਸੰਮਤ 1728-29 ਵਿੱਚ ਔਰੰਗਜ਼ੇਬ ਮੁਲਕ ਦੇ ਤਮਾਮ ਹਿੰਦੂਆਂ ਨੂੰ ਮੁਸਲਮਾਨ ਕਰਨ ਵਿੱਚ ਲੱਗਾ ਹੋਇਆ ਸੀ। ਜਿਹੜਾ ਹਿੰਦੂ ਮੁਸਲਮਾਨ ਬਣਨ ਤੋਂ ਨਾ ਕਰਦਾ ਸੀ, ਉਸਨੂੰ ਕੋਈ ਨਾ ਕੋਈ ਬਹਾਨਾ ਕਰਕੇ ਕਤਲ ਕਰ ਦਿੰਦਾ ਸੀ। ਉਹਦਾ ਘਰ-ਬਾਰ ਜ਼ਬਤ ਕਰ ਲੈਂਦਾ ਸੀ, ਉਹਦਾ ਧਨ ਪਦਾਰਥ ਜ਼ਬਤ ਕਰ ਲੈਂਦਾ ਸੀ। ਸਾਰੇ ਦੇਸ਼ ਵਿੱਚ, ਹਿੰਦੁਸਤਾਨ ਵਿੱਚ ਹਾਹਾਕਾਰ ਮੱਚੀ ਹੋਈ ਸੀ। ਔਰੰਗਜ਼ੇਬ ਬਾਦਸ਼ਾਹ ਦਾ ਜ਼ੁਲਮ ਦੇਖ ਕੇ ਦੇਸ਼ ਵਿੱਚ ਹਾਹਾਕਾਰ ਮੱਚੀ ਹੋਈ ਸੀ। ਇਸ ਨੇ ਹਿੰਦੂਆਂ ਨੂੰ ਪੂਜਾ ਪਾਠ ਤੋਂ ਰੋਕਣ ਵਾਸਤੇ ਜਿਹੜੇ ਹਿੰਦੂਆਂ ਦੇ ਧਰਮ ਸਥਾਨ ਸੀ, ਜਿਵੇਂ ਜੈਪੁਰ, ਅਜਮੇਰ, ਪੁਸ਼ਕਰ, ਮਥੁਰਾ, ਅਯੁੱਧਿਆ ਅਤੇ ਪ੍ਰਯਾਗਰਾਜ, ਬਨਾਰਸ ਆਦਿ ਮੰਦਰਾਂ ਨੂੰ ਢਾਹ ਕੇ ਢੇਰੀ ਕਰ ਦਿੱਤਾ। ਤੇ ਫਿਰ ਵੱਡੇ ਵੱਡੇ ਹਿੰਦੂਆਂ, ਪੀਰਾਂ, ਸੰਤਾਂ, ਮਹਾਤਮਾਵਾਂ ਅਤੇ ਜਗੀਰਦਾਰਾਂ ਨੂੰ ਜਬਰੀ ਮੁਸਲਮਾਨ ਕਰਨਾ ਆਰੰਭ ਕਰ ਦਿੱਤਾ। ਮੌਤ ਦੇ ਡਰ ਤੋਂ ਧਨ, ਇਸਤਰੀ ਅਤੇ ਲਾਲਚ ਹੋਰ ਕਈ ਤਰ੍ਹਾਂ ਦੇ ਦਿੱਤੇ ਗਏ, ਨਹੀਂ ਤਾਂ ਫਿਰ ਮੌਤ ਦਿੱਤੀ ਜਾਣੀ। ਕਈ ਲਾਲਚਵਸ ਹੋ ਕੇ ਆਪਣਾ ਧਰਮ ਛੱਡਦੇ ਰਹੇ, ਕਈ ਮੌਤ ਤੋਂ ਡਰ ਕੇ ਮੁਸਲਮਾਨ ਬਣਦੇ ਰਹੇ। ਬਹੁਤਾਤ ਜਿਹੜੇ ਮੁਸਲਮਾਨ ਬਣਾ ਲਏ ਸੀ ਉਹਨੇ। ਕਸ਼ਮੀਰ ਦੇ ਵਿੱਚ ਵੀ ਬੜੀ ਹਾਹਾਕਾਰ ਮੱਚੀ ਸੀ। ਕਸ਼ਮੀਰ ਦਾ ਜਿਹੜਾ ਸੂਬੇਦਾਰ ਸੀ, ਅਫਗਾਨ ਖਾਂ, ਇਹਨੂੰ ਸਖਤੀ ਕੀਤੀ ਔਰੰਗਜ਼ੇਬ ਬਾਦਸ਼ਾਹ ਨੇ, ਅਫਗਾਨ ਖਾਨ ਨੂੰ, ਵੀ ਕਸ਼ਮੀਰ ਦੇ ਵਿੱਚ ਜਿਹੜੇ ਪੰਡਤ ਨੇ ਉਹਨਾਂ ਤੇ ਸਖਤੀ ਵਰਤੀ ਜਾਵੇ, ਉਹਨਾਂ ਨੂੰ ਵੀ ਮੁਸਲਮਾਨ ਬਣਾਇਆ ਜਾਵੇ। ਕਿਉਂਕਿ ਜੇ ਆਗੂ ਮੁਸਲਮਾਨ ਬਣ ਗਏ, ਫਿਰ ਜਿਹੜੇ ਛੋਟੇ ਮੋਟੇ ਨੇ ਆਪੀ ਮੁਸਲਮਾਨ ਬਣ ਜਾਣਗੇ। ਆਗੂਆਂ ਤੇ ਸਖਤੀ ਵਰਤਣੀ ਸ਼ੁਰੂ ਕਰ ਦਿੱਤੀ ਅਫਗਾਨ ਖਾਨ। ਉਹਦਾ ਕਹਿਣਾ ਸੀ, ਮੁਸਲਮਾਨ ਹੋਣਾ ਕਬੂਲ ਕਰ ਲਓ, ਨਹੀਂ ਤਾਂ ਤੁਹਾਡੀ ਖੈਰ ਨਹੀਂ, ਨਹੀਂ ਤਾਂ ਮੌਤ ਦੇ ਘਾਟ ਤੁਹਾਨੂੰ ਉਤਾਰਿਆ ਜਾਣਾ। ਸਾਧ ਜੀ ਬੜਾ ਜ਼ਿਆਦਾ ਤੰਗ ਕੀਤਾ ਕਸ਼ਮੀਰੀ ਪੰਡਤਾਂ ਨੂੰ। ਇਹ ਵੀ ਲਿਖਿਆ ਇਤਿਹਾਸ ਵਿੱਚ ਕਿ ਸੂਬੇ ਪਾਸੋਂ 6 ਮਹੀਨੇ ਦੀ ਮੌਲਤ ਲੈ ਕੇ ਆਪਣੇ ਹਿੰਦੂ ਧਰਮ ਦੀ ਰੱਖਿਆ ਵਾਸਤੇ ਸੋਚ ਵਿਚਾਰ ਕਰਨ ਲੱਗੇ। ਵਿਦਵਾਨ ਪੰਡਤਾਂ ਨੂੰ ਇਕੱਠਿਆ ਕੀਤਾ। ਇਹ ਇਕੱਠ ਹੋਇਆ ਅਮਰਨਾਥ। ਸਾਰੇ ਪੰਡਤ ਇਕੱਠੇ ਹੋ ਗਏ ਅਮਰਨਾਥ। ਇਹਨਾਂ ਦਾ ਜਿਹੜਾ ਹੈੱਡ ਸੀ ਕਿਰਪਾ ਰਾਮ ਸੀ, ਜਿਹੜਾ ਅੰਮ੍ਰਿਤ ਛਕ ਕੇ ਕਿਰਪਾਲ ਸਿੰਘ ਬਣਿਆ ਤੇ ਗੜੀ ਚਮਕੌਰ ਵਿੱਚ ਸ਼ਹੀਦ ਹੋਇਆ। ਉਹ ਪੰਡਤ ਸੀ, ਕਸ਼ਮੀਰੀ ਪੰਡਤਾਂ ਦਾ ਆਗੂ ਸੀ, ਮੋਹਤਬਾਰ ਸੀ। ਸੋ ਸਾਧ ਸੰਗਤ ਜੀ, ਇਕੱਠ ਕੀਤਾ ਗਿਆ ਅਮਰਨਾਥ।
ਉੱਥੇ ਸਾਰੇ ਵਿਚਾਰ ਕਰਦੇ ਨੇ ਬੜਾ ਇਹ ਜ਼ੁਲਮੀ ਬਾਦਸ਼ਾਹ ਔਰੰਗਜ਼ੇਬ ਜਿਹੜਾ 1.25 ਮਣ ਜਨੇਊ ਲਾ ਕੇ ਫਿਰ ਪ੍ਰਸ਼ਾਦਾ ਛਕਦਾ, ਇਹਨੇ ਪ੍ਰਣ ਕੀਤਾ ਇੰਨੇ ਹਿੰਦੂਆਂ ਨੂੰ ਮਾਰਦਾ, ਹਜ਼ਾਰਾਂ ਹਿੰਦੂਆਂ ਨੂੰ ਮਾਰਦਾ। ਆ ਜਨੇਊ ਇੱਕ ਧਾਗਾ ਜਿਹਾ ਹੁੰਦਾ ਤੇ 1.25 ਮਣ ਕਹਿਣ ਤੋਂ ਭਾਵ ਵੇਖੋ ਕਿੰਨੇ ਹਿੰਦੂਆਂ ਦਾ ਕਤਲ ਕਰਦਾ ਹੁਣ, ਜਿਹੜੇ ਮੁਸਲਮਾਨ ਨਹੀਂ ਬਣਦੇ ਸੀ। ਐਡਾ ਜ਼ੁਲਮੀ ਰਾਜਾ ਹੈ ਜਿਹਨੇ ਸਾਡੇ ਘਰ-ਬਾਰ ਜ਼ਬਤ ਕਰ ਲਏ, ਜ਼ਮੀਨ ਜਾਗੀਰਾਂ ਇਹ ਵੀ ਜ਼ਬਤ ਕਰ ਲਏ। ਇੱਥੇ ਹੀ ਬਸ ਨਹੀਂ, ਸਾਡੇ ਜਿਹੜਾ ਧਰਮ ਹੈ ਉਹਨੂੰ ਖਤਮ ਕਰਨਾ ਚਾਹੁੰਦਾ ਹੈ। ਜੈਪੁਰ, ਅਜਮੇਰ, ਪੁਸ਼ਕਰ, ਮਥੁਰਾ, ਅਯੁੱਧਿਆ, ਪ੍ਰਯਾਗਰਾਜ, ਬਨਾਰਸ ਆਦਿ ਤੀਰਥਾਂ ਨੂੰ ਵੀ ਢਾਹ ਦਿੱਤਾ ਇਹਨੇ। ਮੰਦਰਾਂ ਵਿੱਚ ਆਰਤੀਆਂ ਹੋਣੀਆਂ ਬੰਦ ਹੋ ਗਈਆਂ, ਟੱਲੀਆਂ ਖੜਕਣੀਆਂ ਬੰਦ ਹੋ ਗਈਆਂ। ਇਹ ਅਮਰਨਾਥ ਬੜਾ ਵੱਡਾ ਇਕੱਠ ਹੋਇਆ, ਸਾਰੇ ਵਿਦਵਾਨ ਪੰਡਤ ਵਿਚਾਰ ਕਰਦੇ ਨੇ। ਕਈਆਂ ਨੇ ਕਿਹਾ ਮੰਤਰਾਂ ਦੇ ਵੀ ਜਾਪ ਕੀਤੇ, ਦੇਵਤਿਆਂ ਨੂੰ ਬੇਨਤੀਆਂ ਕੀਤੀਆਂ, ਸਹਾਈ ਹੋਵੋ, ਰੱਖਿਆ ਕਰੋ, ਧਰਮ ਬਚਾਓ, ਮੰਦਰ ਬਚਾਓ, ਬੋਧੀਆਂ ਬਚਾਓ, ਤਿਲਕ ਬਚਾਓ, ਧੋਤੀਆਂ ਬਚਾਓ, ਸਾਡੀਆਂ ਸਾਡੇ ਧਰਮ ਦੇ ਚਿੰਨ੍ਹ। ਕਹਿੰਦੇ ਆਕਾਸ਼ਬਾਣੀ ਹੋਈ ਕਲਯੁਗ ਦੇ ਵਿੱਚ ਹੁਣ ਅਵਤਾਰ ਨੇ ਪਾਰ ਬ੍ਰਹਮ ਪਰਮੇਸ਼ਰ ਗੁਰੂ ਨਾਨਕ ਦਾ ਸਰੂਪ ਨੇ ਗੁਰੂ ਤੇਗ ਬਹਾਦਰ ਮਹਾਰਾਜ। ਗੁਰੂ ਨਾਨਕ ਦੀ ਗੱਦੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਸ਼ੋਭਿਤ ਨੇ, ਸੁਭਾਈਮਾਨ ਨੇ। ਉਹਨਾਂ ਦੀ ਸ਼ਰਨ ਗ੍ਰਹਿਣ ਕਰੋ, ਸੰਕਟ ਨੂੰ ਦੂਰ ਕਰਨਗੇ। ਉਹ ਧਰਮ ਦੀ ਰੱਖਿਆ ਕਰਨਗੇ, ਉਹ ਤੁਹਾਡੇ ਤਿਲਕ ਜੰਜੂ ਨੂੰ ਬਚਾਉਣਗੇ, ਉਹ ਤੁਹਾਡੀਆਂ ਬਹੁ ਬੇਟੀਆਂ ਨੂੰ ਬਚਾਉਣਗੇ, ਉਹ ਤੁਹਾਡੇ ਮੰਦਰਾਂ ਨੂੰ ਵੀ ਬਚਾਉਣਗੇ, ਤੁਹਾਡੇ ਬੱਚਿਆਂ ਨੂੰ ਵੀ ਬਚਾਉਣਗੇ। ਉਹ ਬੜੇ ਦਿਆਲੂ ਕਿਰਪਾਲੂ ਸਤਿਗੁਰ ਨੇ। ਉਹਨਾਂ ਅੱਗੇ ਜਾ ਕੇ ਬੇਨਤੀ ਕਰੋ, ਤੁਹਾਡੀ ਰੱਖਿਆ ਇਸ ਵਕਤ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਰ ਸਕਦੇ ਨੇ। ਤੁਹਾਡੀ ਬਾਂਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਫੜ ਸਕਦੇ ਨੇ। ਤੁਹਾਡੀ ਬਾਂਹ ਫੜ ਲੈਣਗੇ, ਬਾਂਹ ਨਹੀਂ ਛੱਡਣਗੇ, ਆਪਣਾ ਬਲੀਦਾਨ ਦੇ ਦੇਣਗੇ। ਇਹ ਕਹਿੰਦੇ ਇਹਨਾਂ ਨੂੰ ਆਕਾਸ਼ਬਾਣੀ ਹੋਈ ਸੀ। ਸੁਸ਼ਾਸਨ ਦੀ ਕਿਰਪਾ ਰਾਮ ਦੀ ਗਵਾਹੀ ਹੇਠ ਇੱਕ ਡੈਪੂਟੇਸ਼ਨ ਦੇ ਰੂਪ ਵਿੱਚ ਪੰਜਾਬ ਵਿੱਚ ਪੁੱਛਦੇ ਪੁਛਾਂਦੇ ਅਨੰਦਪੁਰ ਸਾਹਿਬ ਕਿੱਥੇ ਕਰਕੇ ਹੈ, ਸਾਹਿਬ ਨੂੰ ਮਿਲਣਾ ਹੈ ਗੁਰੂ ਤੇਗ ਬਹਾਦਰ ਮਹਾਰਾਜ। ਕਹਿੰਦੇ ਮਹਾਰਾਜ ਉਸ ਵਕਤ ਮੰਜੀ ਸਾਹਿਬ ਜਿਹੜਾ ਸਥਾਨ ਹੈ ਨਾ, ਮੰਜੀ ਸਾਹਿਬ ਵਾਲਾ, ਉੱਥੇ ਬੈਠੇ ਹੋਏ ਸੀ। ਸੰਗਤਾਂ ਨੂੰ ਦਰਸ਼ਨ ਦਿਦਾਰੇ ਬਖਸ਼ਦੇ ਸੀ ਮਹਾਰਾਜ। ਪੰਡਤਾਂ ਨੇ ਆ ਕੇ ਨਮਸਕਾਰ ਕੀਤੀ ਤੇ ਮਹਾਰਾਜ ਨੇ ਵੇਖੀ ਇਹਨਾਂ ਦੀ ਬੜੀ ਦਰਦਨਾਕ ਹਾਲਤ ਹੈ, ਬੜੇ ਦੁਖਿਆਰੇ ਨੇ, ਰੋ ਰਹੇ ਨੇ। ਕਈ ਵਿਦਵਾਨਾਂ ਨੇ ਇਸ ਤਰ੍ਹਾਂ ਵੀ ਲਿਖਿਆ, ਇਹਨਾਂ ਨੇ ਹੱਥ ਵਿੱਚ ਬੋਦੀਆਂ ਫੜੀਆਂ ਹੋਈਆਂ ਸੀ, ਮੂੰਹ ਵਿੱਚ ਘਾਹ ਲਿਆ ਹੋਇਆ ਸੀ, ਪ੍ਰਤੀਕ ਸੀ ਅਤਾਂ ਦੇ ਦੁਖੀਆਂ ਸੀ। ਸਾਡੇ ਧਰਮ ਤੇ ਬੜਾ ਵੱਡਾ ਸੰਕਟ ਆ ਚੁੱਕਾ ਹੈ, ਸਾਡੀ ਰੱਖਿਆ ਕਰੋ, ਸਾਨੂੰ ਬਚਾਓ। ਮਹਾਰਾਜ ਕਹਿੰਦੇ ਕੀ ਹੋਇਆ? ਕਸ਼ਮੀਰੀ ਪੰਡਤ ਰੋਣ ਲੱਗ ਪਏ। ਸਾਧ ਸੰਗਤ ਜੀ, ਬੰਦਾ ਰੋਂਦਾ ਉਦੋਂ ਹੀ ਜਦੋਂ ਬਹੁਤ ਦੁਖੀ ਹੋਵੇ। ਬਹੁਤ ਜਿਹੜੇ ਇਨਸਾਨ ਨੇ ਰੱਬ ਦੇ ਭੈ ਵਾਲੇ ਸਮਝ ਲੈਂਦੇ ਨੇ, ਤੇ ਜਿਨ੍ਹਾਂ ਦੇ ਪੱਥਰ ਦਿਲ ਇਨਸਾਨ ਹੁੰਦੇ ਨੇ ਉਹ ਨਹੀਂ ਸਮਝ ਸਕਦੇ, ਉਹ ਫਿਰ ਰੱਬ ਦੀ ਮਾਰ ਦੀ ਲਪੇਟ ਵਿੱਚ ਆ ਜਾਂਦੇ ਨੇ। ਕਈ ਸਮਝ ਜਾਂਦੇ ਨੇ, ਇਨਸਾਨੀਅਤ ਹੈ ਨਾ। ਰੋਣ ਲੱਗ ਗਏ ਉੱਚੀ ਉੱਚੀ। ਮਹਾਰਾਜ ਕਹਿੰਦੇ ਰੋਵੋ ਨਾ, ਗੱਲ ਦੱਸੋ ਕੀ ਹੈ, ਹੱਲ ਹੋਏਗਾ ਤੁਹਾਡਾ ਗੁਰੂ ਨਾਨਕ ਦੇ ਘਰ। ਉੱਚੀ ਉੱਚੀ ਪੰਡਤ ਰੋਂਦੇ ਨੇ, ਰੋ ਰੋ ਕੇ ਦੱਸਦੇ ਨੇ, ਸੱਚਾ ਪਾਤਸ਼ਾਹ ਸਾਡੇ ਤੇ ਅਤਾਂ ਦਾ ਜ਼ੁਲਮ ਢਾਇਆ ਜਾ ਰਿਹਾ, ਸਾਨੂੰ ਹਿੰਦੂ ਹੋਣ ਦਾ ਵੀ ਟੈਕਸ ਲਾਇਆ ਜਾ ਰਿਹਾ, ਸਾਨੂੰ ਲਾਲਚ ਦਿੱਤੇ ਜਾ ਰਹੇ ਨੇ ਹਿੰਦੂਆਂ ਨੂੰ ਮੁਸਲਮਾਨ ਬਣ ਜਾਓ। ਬੜੇ ਲੋਕ ਲਾਲਚ ਵਸ ਹੋ ਕੇ ਧਰਮ ਛੱਡਦੇ ਜਾ ਰਹੇ ਨੇ। ਅੱਜ ਵੀ ਸਾਧ ਸੰਗਤ ਜੀ ਛੱਡਦੇ ਨੇ ਕਈ, ਵੀ ਉਹ ਫਲਾਣੀ ਸੁਵਿਧਾ ਦਿੰਦੇ ਨੇ, ਉਹ ਬੱਚੇ ਪੜ੍ਹਾ ਦਿੰਦੇ ਨੇ,
बाहर लै जाते हैं, धर्म छड्ड दिंदे ने, पर अगे नरक 'च भी थां नहीं मिलनी कदे। सो साडे बच्चों ते भी तशद्दद ढाले जा रहे हैं, साडियां बहु बेटियां की इज्जत भी खतरे विच है। कई लालचवश हो के धर्म नूं छड्ड दिता कईयां ने, कईयां ते सख्ती वरता के भी तुहानूं मौत दित्ती जानी, डरदे मुसलमान बन गए। जिहड़े नहीं बने उन्हां नूं मार दिता गया, हज़ारां लखां दी गिनती विच चली गई तादाद विच साडे हिंदू भरावां नूं मार दिता गया, जिहड़े मुसलमान नहीं बने। इत्थे ही बस रुकिया नहीं है, एडा जुलमी बादशाह जिन्हें साडे घर बार तां जब्त कीते, जमीनां तां जब्त कीतियां, धन पदार्थां कीते, साडी इज्जत नूं खतरा तां बनिया। साडे मंदिर जयपुर, पुष्कर, अयोध्या आदि स्थानां ते बड़ा ज़्यादा अत्याचार उन्हां नूं ढा दिता। सच्चे पातशाह गुरु तेग बहादुर महाराज ने उन्हां दी सारी गल सुनी। महाराज ने नेत्र बंद कर ले। जानते सी ना महाराज, बिन बोले सब की जानदा, किस आगे कीते अरदास। गुरु गोबिंद राय 9 साल की उम्र सी, महाराज कहते खेडते पे कि इतिहास करन इस तरह के, अवस्था छोटी सी। साध संगत जी आपां कह दिंदे आ बच्चे इस तरह करते हैं, उस तरह, कदे गुरुआं दा भी जीवन पढ़ लो। महाराज भी बालपन अवस्था विच किन्ने चोज करते रहे, ऐ ना करिया करो, ये अवस्था हुंदी है, यही अवस्था विच सारा कुछ किया जाता है। इस करके गुरु गोबिंद राय महाराज जी खेड रहे सी। खेडते खेडते महाराज गुरु गोबिंद राय जी अपने पिता गुरु तेग बहादुर महाराज को आ गए, बेनती की, महाराज जी आ लोग बड़े दुखी जागते हैं, इन्हां दी अखां विच पानी है, हंझू ने, आंसू ने इन्हां दी अखां विच, ते रो रहे ने, घगिया के बेनती करते हैं। की बेनती करते हैं, क्यों दुखी ने महाराज? गुरु तेग बहादुर महाराज जी अपने गोबिंद राय सुपुत्र साहिबजादे नूं दसदे ने दुखी बड़े ने, इन्हां दा धर्म संकट च है, इन्हां दे मंदिर ढा दिते, इन्हां दी इज्जत नूं खतरा है, बहु बेटियां दी जबरी मुसलमान इन्हां नूं बना लिया गया, लालच दे के, सख्ती वरत के, जिहड़े नहीं बने उन्हां ते भी तशद्दद ढालिया जा रहा, जुल्म किया जा रहा। ये दुखी ने साडा धर्म भी बचाओ, साडे मंदिर भी बचाओ, साडियां बहु बेटियां इज्जत भी बचाओ, साडे घर बार भी बचाओ, क्योंकि गुरु नानक दा घर है ने आसरियां दे आसरे, आसरा दे देना, नी पत्तियां दे पत्त, जिन्हों कोई पत्त नहीं पत्त मिल जाती, नी घरियां दे घर, जिन्हों कोई घर नहीं मिलता किते उन्होंने घर मिल जाता है, नी घरियां दे घर, नी माणियां दे मान, जिन्हों कितों मान नहीं मिलता, गुरु नानक दे घरों मान मिलता। बेआसरियां दे आसरा, बेसहारा नूं सहारा दिंदा अज भी गुरु नानक दा घर। सत्संग जी सारी दुनिया नूं समेट के बैठा होया गुरु नानक दा घर बचा के, कोई संकट आउंदा सिख खड़ जांदे, अज भी गुरु नानक की कृपा वरतदी पई। आही गल तो सरकारां खहिंदियां ने सिखां नाल, भले किवें करदे ने, पुण्य कर्म किवें करदे ने, कितों मंगदे नहीं, लैंदे नहीं, सरकार अगे बेनती नहीं करदे। इस करके साध संगत जी सिख सारी दुनिया नूं पाल सकते हैं, सारी दुनिया नूं इन्नी महाराज ने समर्था दी, गुरु गोबिंद सिंह महाराज ने खालसे सारी दुनिया।
गुरु तेग बहादुर महाराज कहन लगे ये गुरु नानक दा घर है। गुरु गोबिंद राय कहंदे महाराज फिर इन्हां दी बेनतियां नूं प्रवान करो, इन्हां दी पौड़ी मंजूर करो, इन्हां दा तरला मिन्नत मंजूर करो। कहन लगे गोबिंद राय जिहड़ा औरंगजेब बादशाह ना बड़ा जुलमी है, उनका पाप का घड़ा तां भरेगा कोई महान महापुरख बंदगी वाला भगती वाला करनी वाला अपना बलिदान दे देगा। जो खून डुलेगा ना वो महापुरख का धरती ते, बस फिर इनका रहना कख नहीं, इनका सब नाश हो जाएगा, पाप का घड़ा उनका भर जाना। कहते महाराज की उम्र 9 साल की सी। पहला नाम गुरु गोबिंद सिंह महाराज का गोबिंद राय। गुरु गोबिंद राय महाराज कहते ने धन गुरु तेग बहादुर महाराज नूं सच्चा पातशाह तुहाडे तो वड्डा कोई महापुरख है, तुहाडे तो वड्डा कोई जपी तपी तपस्वी है? जे हुण हुंदा सहाई ना हुंदा, मंदिर ढा दिते, इज्जत आबरू ते बन आई है, घर बार जब्त कर ले, धोतियां बोदियां खतरे च पै गई रही भी, कोई सहायता होया नहीं। अज सहाई करते फिरदे ने, उदों नहीं होया तो हुण सहाई करा लो। पढ़िया करो इतिहास नूं, समझिया भी करो नाले। गुरु तेग बहादुर महाराज सच्चे पातशाह नूं गोबिंद राय ने 9 साल की उम्र में कहा, महाराज कौन सहाई, तुसी सहाई होवोगे, तुहाडे तो वड्डा कोई महापुरख नहीं, कोई अवतार नहीं, कोई जपी तपी तपस्वी नहीं है। अपना सिर दे दो, बलिदान दे दो। इतिहास च गल नहीं मिलेगी किसी इतिहास च भी पुत्र साहिबजादा कहंदा होवे अपने पिता नूं भी सिर दे दो तो इन्हां दा धर्म बचा लो, इन्हां दी टलियां मंदिर चारतियां, इन्हां दी बहु बेटियां इज्जत, इन्हां तिलक जंजू रख लो। ये गुरु गोबिंद राय महाराज ने बचन कीते 9 साल की उम्र में, बेनती की अपने पिता ते धन गुरु तेग बहादुर महाराज कहन लगे मैं बलिदान दे दांगा, इन्हां दा धर्म बचा लांगा। कई इतिहासकारां ने, वैसे इतिहास दे विच नहीं, कई विद्वानां ने इसनूं उच्चारण किया भी जदों छोटी उम्र च पिता का साया उठ जे बच्चा अनाथ हो जाए ते घर वाली विधवा हो जाती। गुरु गोबिंद राय नाथ ते माता गुजर कौर विधवा, ते कहंदे महाराज ने बचन कीते, उत्तर दिता, सच्चा पातशाह मेरे एक अनाथ होने नाल जे करोड़ां बच्चे अनाथ होने तो बचते हैं, मैं अनाथ होना स्वीकार करदा। मेरी एक माँ विधवा होने नाल जे करोड़ां ये देश दियां औरतां बचदियां ने विधवा होने तो, तां हो जाना मैं स्वीकार करदा। किहड़ी माता नूं मनना चाहिए? माता गुजर कौर नूं, जिन्हां ने इस्त्रियां दी लाज रखी है, इन्हां दे घर बार बचाए बीबियां दे। ये माता गुजर कौर जी ने, राज माता माता गुजर कौर, जिन्हां ने साडे अज बच्चे संतान साडे घर चल रही है, किन्हां दे शुक्रगुजार होना चाहिए? गुरु गोबिंद सिंह महाराज। सारे परिवारों को अंमृत छक लेना चाहिए, गुरु की सिक्खी धारण कर लेनी चाहिए, तो महाराज का शुकराना करना चाहिए। जे तुसी ना ये बचन करते अज असी भी ना होंगे। कह लगे महाराज ने बचन जो कहे तो गुरु को तेग बहादुर महाराज ने कहा कश्मीरी पंडितां नूं जाओ अपने सूबेदार नूं कह के बादशाह तक खबर पहुँचा दो भी जे गुरु तेग बहादुर महाराज नूं तू मुसलमान बना ले असी सारे बन जाएंगे। जे किते गुरु तेग बहादुर महाराज नूं मुसलमान बना ले
ਕਹਿਣ ਲੱਗੇ ਉਹਨਾਂ ਨੂੰ ਮੁਸਲਮਾਨ ਤੁਸੀਂ ਕਰ ਲਓ, ਅਸੀਂ ਵੀ ਹੋ ਜਾਵਾਂਗੇ, ਅਸੀਂ ਵੀ ਮੰਨ ਲਵਾਂਗੇ ਮੁਸਲਮਾਨ ਹੋਣਾ। ਕਹਿਣ ਲੱਗੇ ਇਹਨਾਂ ਨੇ ਫਿਰ ਜਾ ਕੇ ਕਸ਼ਮੀਰ ਦਾ ਜਿਹੜਾ ਸੂਬੇਦਾਰ ਸੀ ਅਫਗਾਨ ਖਾਂ, ਉਹਨੂੰ ਕਿਹਾ, ਬੜਾ ਖੁਸ਼ ਹੋਇਆ। ਇੱਕ ਬੰਦਾ ਮੁਸਲਮਾਨ ਬਣਾ ਕੇ ਹੋਰ ਕੀ ਸੌਖਾ ਇਸ ਨਾਲੋਂ, ਸਾਰੇ ਆਪ ਹੀ ਬਣ ਜਾਣਗੇ ਮੁਸਲਮਾਨ, ਮੋਮਨ ਬਣ ਜਾਣਗੇ। ਇਹਨੇ ਔਰੰਗਜ਼ੇਬ ਬਾਦਸ਼ਾਹ ਨੂੰ ਕਿਹਾ। ਔਰੰਗਜ਼ੇਬ ਬਾਦਸ਼ਾਹ ਬੜਾ ਖੁਸ਼ ਹੋਇਆ, ਕਹਿੰਦੇ ਵਧੀਆ ਹੋਇਆ, ਇੱਕ ਨੂੰ ਤਾਂ ਆਪਾਂ ਕਰ ਹੀ ਲਵਾਂਗੇ, ਮੁਸਲਮਾਨ ਬਣਾ ਹੀ ਲਵਾਂਗੇ, ਸਖਤੀ ਵਰਤ ਕੇ, ਲਾਲਚ ਦੇ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਬਣਾ ਲਵਾਂਗੇ। ਸੋ ਸਾਧ ਸੰਗਤ ਜੀ, ਫਿਰ ਇਹਨਾਂ ਨੇ ਅਹਿਦੀਏ ਭੇਜੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਕੋਲ। ਕਾਜੀ ਮਲਾਣੇ ਨਾਲ ਸਲਾਹ ਕਰਕੇ ਅਹਿਦੀਏ ਭੇਜੇ ਵੀ ਇੱਕ ਬੰਦੇ ਨੂੰ ਤਾਂ ਆਪਾਂ ਬਣਾ ਸਕਦੇ ਹਾਂ ਨਾ। ਸਾਧ ਸੰਗਤ ਜੀ, ਬੰਦੇ ਨੂੰ ਤਾਂ ਬਣਾ ਸਕਦੇ ਨੇ, ਪਰ ਉਹ ਤਾਂ ਆਪ ਪਰਮੇਸ਼ਰ ਦਾ ਅਵਤਾਰ ਨੇ, ਉਹਨਾਂ ਨੂੰ ਕਿਵੇਂ ਬਣਾ ਲੈਣਗੇ। ਜਦੋਂ ਦੋ ਅਹਿਦੀਏ ਦਿੱਲੀ ਤੋਂ ਅਨੰਦਪੁਰ ਆਏ ਤੇ ਜਦੋਂ ਇਹਨਾਂ ਨੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਪ੍ਰਤਾਪ ਤੇ ਬੜਾ ਠੰਡਾ ਸੁਭਾਅ, ਸ਼ੀਤਲ ਸੁਭਾਅ, ਬੜੇ ਦਿਆਲੂ ਕਿਰਪਾਲੂ ਨਜ਼ਰ ਆਏ, ਇਹ ਵੀ ਚੁੱਪ ਕਰ ਗਏ। ਵੇਖ ਲਓ, ਦਿੱਲੀ ਤੋਂ ਔਰੰਗਜ਼ੇਬ ਬਾਦਸ਼ਾਹ ਦੇ ਨੌਕਰ ਅਹਿਦੀਏ ਆਏ ਸੀ ਤੇ ਗੁਰੂ ਦੇ ਸਿੱਖਾਂ ਨਾਲ, ਭਾਈ ਗੁਰਬਖਸ਼ ਵਰਗਿਆਂ ਨਾਲ ਗੱਲਾਂ ਬਾਤਾਂ ਕਰਕੇ ਉਹਨਾਂ ਦੇ ਮਨ ਨੂੰ ਬੜੀ ਧੀਰਤਾ ਜੀ ਮਿਲੀ, ਪ੍ਰੇਰੇ ਗਏ ਉਹ ਗੁਰੂ ਘਰ ਵਾਲੇ ਪਾਸੇ। ਤੇ ਗੁਰੂ ਦੇ ਸਿੱਖਾਂ ਨੇ ਕਿਹਾ ਮਹਾਰਾਜ ਆਪ ਪਹੁੰਚ ਜਾਣਗੇ। ਮਹਾਰਾਜ ਨੇ ਵੀ ਕਿਹਾ ਵੀ ਅਸੀਂ ਆਪੇ ਹੀ ਪਹੁੰਚ ਜਾਵਾਂਗੇ ਦਿੱਲੀ। ਇਹ ਗੱਲ ਜਾ ਕੇ ਤੁਸੀਂ ਬਾਦਸ਼ਾਹ ਨੂੰ ਕਹਿ ਦਿਓ। ਇਹ ਜਿਹੜਾ ਸੁਨੇਹਾ ਦਿੱਤਾ ਗਿਆ ਔਰੰਗਜ਼ੇਬ ਬਾਦਸ਼ਾਹ ਨੂੰ। ਸੋ ਸਾਧ ਸੰਗਤ ਜੀ, ਭਾਵੇਂ ਉਮਰ ਮਹਾਰਾਜ ਦੀ ਛੋਟੀ ਸੀ, ਗੁਰੂ ਗੋਬਿੰਦ ਰਾਏ ਦੀ ਸਾਰਾ ਸਮਝਾ ਦਿੱਤਾ ਗਿਆ ਗੁਰੂ ਤੇਗ ਬਹਾਦਰ ਮਹਾਰਾਜ ਨੇ। ਉਦੋਂ ਜਿਹੜੀ ਸੇਵਾ ਸੀ ਗੁਰੂ ਘਰ ਦੀ, ਮਸੰਦਾ ਦੇ ਕੋਲ ਸੀ, ਮੁਖੀ ਬਣਾਏ ਹੋਏ ਸੀ, ਜਹੇਦਾਰ ਥਾਪੇ ਹੋਏ ਸੀ। ਇਹ ਬਾਅਦ ਚੋਂ ਮਸੰਦ ਸ਼ਬਦ ਜਿਹੜਾ ਬਦਨਾਮ ਹੋਇਆ। ਵੈਸੇ ਜਿਹੜਾ ਮੁਖੀ ਹੁੰਦਾ ਸੀ ਗੁਰੂ ਘਰ, ਉਹਨੂੰ ਮਸੰਦ ਕਿਹਾ ਜਾਂਦਾ ਸੀ, ਜਿਵੇਂ ਜਥੇਦਾਰ ਕਹਿੰਦੇ ਨੇ, ਸਤਿਕਾਰ ਦਾ ਸ਼ਬਦ ਸੀ ਪਹਿਲਾਂ। ਤੇ ਮਾਤਾ ਜੀ ਨੂੰ ਬੜੀ ਵੱਡੀ ਡਿਊਟੀ ਸੌਂਪੀ ਗਈ, ਕਿਉਂਕਿ ਮਹਾਰਾਜ ਦੀ ਤਾਂ ਉਮਰ ਘੱਟ ਹੈ, ਗੁਰੂ ਗੋਬਿੰਦ ਰਾਏ ਦੀ। ਤੇ 5 ਸਿੱਖਾਂ ਨੂੰ ਨਾਲ ਲੈ ਕੇ ਗੁਰੂ ਤੇਗ ਬਹਾਦਰ ਮਹਾਰਾਜ ਆਨੰਦਪੁਰ ਤੋਂ ਚੱਲ ਕੇ ਕੀਰਤਪੁਰ ਪਹੁੰਚੇ। ਕਹਿਣ ਲੱਗੇ ਦੇਖੋ, ਇੰਨਾ ਜ਼ਿਆਦਾ ਪਿਆਰ ਸੀ ਸੰਗਤ ਦਾ, ਕਿੱਥੇ ਕੀਰਤਪੁਰ ਹੈ ਵੇਖੋ, ਤੇ ਕਿੱਥੇ ਆਨੰਦਪੁਰ ਸਾਹਿਬ। ਮਹਾਰਾਜ ਨੂੰ ਵਿਦਾਇਗੀ ਦੇਣ ਵਾਸਤੇ ਨਾਲ ਚੱਲ ਕੇ ਆਏ ਮਾਤਾ ਗੁਜਰ ਕੌਰ ਜੀ ਤੇ ਮਹਾਰਾਜ ਦੀ ਮਾਤਾ ਗੁਰੂ ਤੇਗ ਬਹਾਦਰ ਮਹਾਰਾਜ ਦੀ ਮਾਤਾ, ਮਾਤਾ ਨਾਨਕੀ ਜੀ, ਉਹ ਵੀ ਨਾਲ ਨੇ, ਤੇ ਗੁਰੂ ਗੋਬਿੰਦ ਰਾਏ, ਇਹ ਸਾਰੇ ਨਾਲ ਸੀ। ਇਹ ਫਿਰ ਅੱਗੇ ਜਾ ਕੇ ਵਿਦਾਇਗੀ ਦਿੱਤੀ। ਪਤਾ ਸੀ ਮਹਾਰਾਜ ਦਾ ਵੱਡਾ ਭਰਾ ਜਿਹੜਾ ਸੀ ਨਾ ਸੂਰਜਮਲ, ਉਹਨੇ ਵੀ ਕਿਹਾ ਮਹਾਰਾਜ ਉਹ ਜ਼ੁਲਮੀ ਬੜਾ ਬਾਦਸ਼ਾਹ। ਮਹਾਰਾਜ ਕਹਿੰਦੇ ਕੋਈ ਨਹੀਂ, ਗੁਰੂ ਨਾਨਕ ਸਾਡੇ ਨਾਲ। ਸੋ ਕਹਿਣ ਲੱਗੇ ਅੱਗੇ ਜਾ ਕੇ ਵਿਦਾਇਗੀ ਦਿੱਤੀ। ਉਹ ਸਥਾਨ ਵੀ ਉੱਥੇ ਬਣਿਆ। ਇੱਥੋਂ ਫਿਰ ਮਹਾਰਾਜ ਨੇ ਧੀਰਤਾ ਦਿੱਤੀ ਵੀ ਸਾਰੇ ਵਾਪਸ ਤੁਰ ਜਾਓ। ਹੁਣ ਮਾਂ ਤਾਂ ਮਾਂ ਹੀ ਹੁੰਦੀ ਹੈ। ਗੁਰੂ ਤੇਗ ਬਹਾਦਰ ਮਹਾਰਾਜ ਦੀ ਮਾਤਾ, ਮਾਤਾ ਨਾਨਕੀ, ਕਹਿਣ ਲੱਗੀ ਲਾਲ ਮੇਰੀ ਇੱਕ ਇੱਛਾ ਹੈ ਤੇਰੇ ਕੋਲ, ਤੂੰ ਦਿੱਲੀ ਜਾ ਰਿਹਾ, ਜਿਵੇਂ ਹੁਣ ਤੂੰ ਮੁਸਕਰਾ ਕੇ ਜਾ ਰਿਹਾ, ਹੱਸਦਾ ਚਿਹਰਾ ਹੈ ਤੇਰਾ, ਇਸ ਤਰ੍ਹਾਂ ਹੀ ਇੱਕ ਵਾਰੀ ਫਿਰ ਹੱਸਦੇ ਚਿਹਰੇ ਦੇ ਦਰਸ਼ਨ ਕਰਨਾ ਚਾਹੁੰਦੀ ਹੈ। ਮਾਤਾ ਨਾਨਕੀ ਨੇ ਕਿਹਾ ਗੁਰੂ ਤੇਗ ਬਹਾਦਰ ਮਹਾਰਾਜ ਨੂੰ
ਵੀ ਇਸੇ ਤਰ੍ਹਾਂ ਹੱਸਦਾ ਚਿਹਰਾ ਮੈਂ ਫਿਰ ਵੀ ਦੇਖਣਾ ਚਾਹੁੰਦੀ ਹਾਂ। ਮੁਸਕਰਾਉਂਦਾ ਚਿਹਰਾ ਜਿਹੜਾ ਹੈ ਇਹ ਫਿਰ ਵੀ ਮੈਂ ਵੇਖਣਾ ਚਾਹੁੰਦੀ ਹਾਂ। ਇਹ ਮੇਰੀ ਇੱਛਾ ਤੁਸੀਂ ਪੂਰੀ ਕਰਨੀ ਹੈ। ਗੁਰੂ ਤੇਗ ਬਹਾਦਰ ਮਹਾਰਾਜ ਕਹਿਣ ਲੱਗੇ, ਮਾਤਾ ਤੈਨੂੰ ਬਚਨ ਕਰਦੇ ਆ ਵੀ ਸਾਡਾ ਚਿਹਰਾ ਮੁਸਕਰਾਉਂਦਾ ਹੋਇਆ ਤੁਹਾਨੂੰ ਜ਼ਰੂਰ ਨਜ਼ਰ ਆਏਗਾ, ਸਾਡਾ ਚਿਹਰਾ ਤੁਹਾਡੇ ਕੋਲ ਜ਼ਰੂਰ ਆਏਗਾ। ਬਚਨ ਕਰਤਾ ਸੀ ਮਹਾਰਾਜ ਨੇ। ਗੁਰੂ ਤੇਗ ਐ ਥੋੜਾ ਸੀਸ ਆ ਗਿਆ ਸੀ, ਮਹਾਰਾਜ ਦੇ ਬਚਨ ਵੀ ਨੇ। ਇਸੇ ਤਰ੍ਹਾਂ ਹੀ ਤੁਹਾਨੂੰ ਫਿਰ ਦਰਸ਼ਨ ਹੋਣਗੇ। ਇਹ ਮਾਤਾ ਨੇ ਕਿਹਾ ਤੇ ਮਹਾਰਾਜ ਜਵਾਬ ਦਿੱਤਾ ਗੁਰੂ ਤੇਗ ਬਹਾਦਰ ਮਹਾਰਾਜ। ਇੱਥੋਂ ਫਿਰ ਮਹਾਰਾਜ ਜੋ ਚੱਲੇ ਨੇ ਕੀਰਤਪੁਰ ਸਾਹਿਬ ਤੋਂ ਹੁੰਦੇ ਹੋਏ, ਤੇ ਕਹਿੰਦੇ ਕੜਾਹ ਪ੍ਰਸ਼ਾਦ ਵਰਤਾਇਆ ਉੱਥੇ। ਇਹ ਵੀ ਲਿਖਿਆ ਇਤਿਹਾਸਕਾਰਾਂ ਨੇ। ਕੀਰਤਪੁਰ ਤੋਂ ਚੱਲ ਕੇ ਭਗਤਗੜ੍ਹ ਪਹੁੰਚੇ। ਭਗਤਗੜ੍ਹ ਤੋਂ ਫਿਰ ਰੋਪੜ, ਇਹ ਪਿੰਡਾਂ ਵਿੱਚ ਹੁੰਦੇ ਹੋਏ ਉਪਦੇਸ਼ ਕਰਦੇ ਹੋਏ ਇਹ ਪਟਿਆਲੇ ਤੋਂ 5 ਮੀਲ ਉੱਤਰ ਵਾਲੀ ਦਿਸ਼ਾ 'ਚ ਪੈਂਦਾ ਸੈਫਾਬਾਦ। ਇੱਥੇ ਨਵਾਬ ਸੈਫ ਅਲੀ ਖਾਨ ਰਹਿੰਦਾ ਸੀ। ਨਵਾਬ ਦੇਖੋ, ਇਹ ਵੀ ਮੁਸਲਮਾਨ ਸੀ। ਜਿੱਥੇ ਮਹਾਰਾਜ ਰਹੇ ਨੇ, ਸੇਵਾ ਕੀਤੀ ਮਹਾਰਾਜ ਦੀ ਬੜੀ, ਤੇ ਮੌਕੇ ਦਾ ਸਰਦਾਰ ਵੀ ਸੀ, ਬੜੀ ਜੰਗੀਰ ਦਾ ਮਾਲਕ ਵੀ ਸੀ। ਤੇ ਕਈ ਇਤਿਹਾਸਕਾਰ ਲਿਖਦੇ ਨੇ ਇਹਨੇ ਨਾਮ ਵੀ ਬੜੀ ਲਵਾਈ ਸੀ ਇੱਥੋਂ ਦੀ। ਜਦੋਂ ਜਾਓਗੇ ਨਾ ਤੁਸੀਂ ਆਪਣਾ ਰਾਜਪੁਰੇ ਰੋਡ ਤੇ ਸਾਧ ਸੰਗਤ ਜੀ ਗੁਰਦੁਆਰਾ ਹੁੰਦਾ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦਾ। ਅੱਗੇ ਬਹਾਦਰਗੜ੍ਹ ਕਿਲ੍ਹਾ ਪਾਰ ਕਰਕੇ, ਯੂਨੀਵਰਸਿਟੀ ਪਾਰ ਕਰਕੇ, ਯੂਨੀਵਰਸਿਟੀ ਵਾਲੇ ਹੱਥ ਉਹ ਗੁਰੂ ਤੇਗ ਬਹਾਦਰ ਮਹਾਰਾਜ ਦਾ ਗੁਰਦੁਆਰਾ। ਅਸੀਂ ਵੀ ਦਰਸ਼ਨ ਕੀਤੇ ਨੇ ਉੱਥੇ। ਇਤਿਹਾਸ ਵੀ ਪੜ੍ਹਿਆ ਸੀ ਨਵਾਬ ਸੈਫ ਅਲੀ ਖਾਨ ਦਾ। ਉੱਥੇ ਲਿਖਿਆ ਸੀ ਕਿ ਉਹਨੇ ਜ਼ਮੀਨ ਵੀ ਮਹਾਰਾਜ ਦੇ ਨਾਂ ਲਵਾ ਦਿੱਤੀ ਸੀ, ਤੇ ਉਹਦੀ ਘਰ ਵਾਲੀ ਨੇ ਬੜੀ ਸੇਵਾ ਕੀਤੀ ਸੀ ਗੁਰੂ ਤੇਗ ਬਹਾਦਰ ਮਹਾਰਾਜ। ਚੁਮਾਸਾ ਆਪਣੇ ਪਾਸ ਰੱਖਿਆ ਮਹਾਰਾਜ ਗੁਰੂ ਤੇਗ ਬਹਾਦਰ ਮਹਾਰਾਜ ਨੇ। ਇੱਥੋਂ ਮਹਾਰਾਜ ਵਿਦਾ ਹੋ ਕੇ ਪਟਿਆਲੇ ਮੋਤੀ ਬਾਗ ਸੀ, ਇਹ ਜਿਹੜਾ ਮੋਤੀ ਬਾਗ ਗੁਰਦੁਆਰਾ, ਬਾਗ ਵਿੱਚ ਠਹਿਰੇ ਸੀ ਮਹਾਰਾਜ ਸੱਚੇ ਪਾਤਸ਼ਾਹ। ਫਿਰ ਦੂਸਰੇ ਦਿਨ ਮਹਾਰਾਜ ਸਮਾਣੇ ਵੱਲ ਨੂੰ ਚੱਲ ਪਏ ਸੀ। ਇੱਥੇ ਸੱਚੇ ਪਾਤਸ਼ਾਹ ਮੁਹੰਮਦ ਬਖਸ਼, ਜਿਹੜਾ ਸ਼ਰਧਾਲੂ ਬੜਾ ਅਮੀਰ ਸੀ, ਉਹਨੂੰ ਵੀ ਮਿਲੇ। ਉਹਨੇ ਪ੍ਰੇਮ ਨਾਲ ਬੇਨਤੀ ਕਰਕੇ ਮਹਾਰਾਜ ਨੂੰ ਆਪਣੇ ਕੋਲ ਰੱਖਿਆ। ਇੱਥੇ ਫਿਰ ਔਰੰਗਜ਼ੇਬ ਬਾਦਸ਼ਾਹ ਦੇ ਅਹਿਦੀ ਆ ਗਏ, ਪਤਾ ਨਹੀਂ ਮਹਾਰਾਜ ਆਉਣਗੇ ਕਿ ਨਹੀਂ ਆਉਣਗੇ, ਲੈ ਕੇ ਆਓ। ਤੇ ਫਿਰ ਇਹ ਮੁਹੰਮਦ ਬਖਸ਼ ਨੇ ਕਿਹਾ ਮਹਾਰਾਜ ਇੱਥੇ ਨਹੀਂ ਹਨ। ਸੋ ਸਾਧ ਸੰਗਤ ਜੀ ਕਹਿ ਤੇ ਦਿੱਤਾ, ਮੋੜ ਦਿੱਤੇ ਸਰਕਾਰ ਦੇ ਬੰਦੇ, ਕਿਉਂਕਿ ਸਰਕਾਰ ਨੂੰ ਵੀ ਸੂਹ ਸੀ, ਤਾਂ ਹੀ ਉੱਥੇ ਗਏ ਸੀ ਬੰਦੇ। ਕਹਿਣ ਲੱਗੇ ਮਹਾਰਾਜ ਮੈਂ ਜਵਾਬ ਤਾਂ ਦੇ ਦਿੱਤਾ ਉਹਨਾਂ ਨੂੰ, ਪਰ ਅੰਦਰੋਂ ਡਰਦਾ ਵੀ ਸੀ ਵੀ ਸਰਕਾਰ ਹੈ ਇਸ ਵਕਤ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਤੂੰ ਘਬਰਾ ਨਾ, ਸੀ ਉੱਧਰ ਹੀ ਜਾਣਾ, ਆਪ ਹੀ ਉੱਥੇ ਜਾਣਾ। ਇਸ ਤਰ੍ਹਾਂ ਮਹਾਰਾਜ ਬੜੇ ਸਿੱਖਾਂ ਦਾ ਭਲਾ ਕਰਦੇ ਹੋਏ ਆ ਜਿੰਨੇ ਸਥਾਨ ਨੇ ਆਪਣੇ ਬਣੇ ਗੁਰੂ ਤੇਗ ਬਹਾਦਰ ਮਹਾਰਾਜ ਦੇ। ਜਦੋਂ ਇੱਧਰ ਨੂੰ ਦਿੱਲੀ ਵੱਲ ਨੂੰ ਲੰਘੇ ਨੇ ਮਹਾਰਾਜ, ਚਰਨ ਪਾਉਂਦੇ ਗਏ, ਭਲਾ ਕਰਦੇ ਗਏ ਸੱਚੇ ਪਾਤਸ਼ਾਹ। ਸਾਧ ਸੰਗਤ ਗੁਰੂ ਘਰ ਵਿੱਚ ਇੱਕ ਇਤਿਹਾਸ ਹੈ। ਮਹਾਰਾਜ ਨੇ ਜਦੋਂ ਪ੍ਰੇਮ ਭੇਟਾ ਕਬੂਲ ਕੀਤੀ ਹੈ, 2 ਗਜ ਦਾ ਕੱਪੜਾ ਨਹੀਂ ਵੇਖਿਆ। ਗੁਰੂ ਮਾਇਆ ਨਾਲ ਪਿਆਰ ਨਹੀਂ ਕਰਦਾ ਇਤਿਹਾਸ ਗਵਾਏ। ਅਸੀਂ ਖੁਸ਼ ਕਰਨਾ ਚਾਹੁੰਦੇ ਹਾਂ। ਵੈਸੇ 10ਵੇਂ ਪਾਤਸ਼ਾਹ ਜੇ ਆਏ ਤਾਂ ਮਾਤਾ ਗੁਰਦੇਈ ਨੇ ਆਪਣੇ ਹੱਥੀਂ ਬਸਤਰ ਬਣਾਇਆ ਸੀ। ਤਾਂ ਮਾਛੀਵਾੜੇ ਦੇ ਜੰਗਲਾਂ ਵਿੱਚ ਕੰਡੇ ਖਾਧੇ, ਕਰੋੜ ਚੁੱਭੇ। ਮਾਤਾ ਨੂੰ ਉੱਥੇ ਜਾ ਕੇ ਕਿਹਾ ਸੀ, ਜਦੋਂ ਗੁਲਾਬੇ ਪੰਜਾਬੇ ਮਸਾਂਦੇ ਖੂਹ ਤੋਂ ਗਏ ਸੀ ਮਾਂ ਗੁਰਤੇਈ ਦੇ ਬਸਤਰ। 6ਵੇਂ ਪਾਤਸ਼ਾਹ ਮਹਾਰਾਜ ਗਏ ਕਸ਼ਮੀਰ, ਮਾਤਾ ਨੇ ਬਸਤਰ ਬਣਾਇਆ ਸੀ।
ਨੌਵੇਂ ਪਾਤਸ਼ਾਹ ਇੱਧਰ ਕਿਉਂ ਆਏ? ਮਾਤਾ ਭਾਗੋ ਹੈ ਨਾ ਜਿਹੜੀ, ਉਹਨੇ ਆਪਣੇ ਹੱਥੀਂ ਮਹਾਰਾਜ ਵਾਸਤੇ ਪੁਸ਼ਾਕ ਬਣਾਈ ਸੀ ਤੇ ਦਿਨ ਰਾਤ ਅਰਦਾਸ ਕਰਦੀ ਸੀ ਮਹਾਰਾਜ ਇਹ ਪੁਸ਼ਾਕਾਂ ਪਹਿਨ। ਗੁਰੂ ਤੇਗ ਬਹਾਦਰ ਮਹਾਰਾਜ ਨੇ ਤਾਂ ਇਹ ਰਸਤਾ ਰੱਖਿਆ ਸੀ। ਸੱਚੇ ਪਾਤਸ਼ਾਹ ਨੇ ਪੁਸ਼ਾਕਾਂ ਲਈ ਤੇ ਬਰੀਕ ਸੂਤਰ ਦੇ ਕੱਤੇ ਹੋਏ ਖੱਦਰ ਦੇ ਰੇਜੇ, ਜਿਹੜੇ 5 ਸਿੱਖ ਸੀ ਮਹਾਰਾਜ ਦੇ ਨਾਲ, 5 ਸਿੱਖ ਮਹਾਰਾਜ ਨਾਲ ਤੁਰੇ ਸੀ ਅਨੰਦਪੁਰ ਸਾਹਿਬ ਤੋਂ, ਜਿਹਦੇ ਵਿੱਚ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਭਾਈ ਜੈਤਾ ਜੀ, ਭਾਈ ਗੁਰਦਿੱਤਾ ਜੀ, ਤੇ ਇਤਿਹਾਸਕਾਰ ਨੇ ਭਾਈ ਉਦੋਂ ਵੀ ਲਿਖਿਆ ਕਈਆਂ। ਇਹਨਾਂ ਨੂੰ ਵੀ ਭੇਟਾਵਾਂ ਦਿੱਤੀਆਂ ਗਈਆਂ ਮਾਤਾ ਨੇ, ਸਿੱਖਾਂ ਨੂੰ ਵੀ ਦਿੱਤੀਆਂ। ਇੱਥੋਂ ਚੱਲ ਕੇ ਮਹਾਰਾਜ ਥੋੜ੍ਹਾ ਜਿਹਾ ਬਾਹਰ ਗਏ ਇਹ ਸ਼ਹਿਰ ਤੋਂ, ਅੱਗੇ ਬਾਗ ਸੀ, ਬਾਗ ਵਿੱਚ ਬਹਿ ਗਏ ਮਹਾਰਾਜ। ਉੱਥੇ ਇੱਕ ਬੱਕਰੀਆਂ ਚਾਰਦਾ ਪਿਆ ਸੀ ਤੇ ਮਹਾਰਾਜ ਨੂੰ ਮੱਥਾ ਟੇਕਿਆ ਤੇ ਮਹਾਰਾਜ ਕਹਿਣ ਲੱਗੇ ਐਂ ਕਰ ਬਈ ਸਾਡੇ ਸਿੱਖਾਂ ਵਾਸਤੇ ਕੁਝ ਖਾਣ ਵਾਸਤੇ ਲੈ ਕੇ ਆ। ਕਹਿੰਦਾ ਮਹਾਰਾਜ ਮੈਂ ਤਾਂ ਗਰੀਬ ਬੰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਸਾਡੀ ਮੁੰਦੀ ਲੈ ਜਾ, ਬੜਾ ਮਹਿੰਗਾ ਇਹਦੇ ਵਿੱਚ ਰਤਨ ਲੱਗਾ ਹੋਇਆ, ਤੇ ਸਾਡਾ ਇਹ ਦੁਸ਼ਾਲਾ ਲੈ ਜਾ ਕੀਮਤੀ, ਇਹ ਦੁਸ਼ਾਲੇ ਵਿੱਚ ਮਠਿਆਈ ਪਵਾ ਲਈ। ਤੇ ਸਾਧ ਸੰਗਤ ਜੀ ਇਹ ਗਿਆ ਜਾ ਕੇ ਹਲਵਾਈ ਦੀ ਦੁਕਾਨ, ਮੁੰਦੀ ਦਿੱਤੀ। ਦੁਸ਼ਾਲਾ ਬੜਾ ਕੀਮਤੀ, ਕਿਉਂਕਿ ਗੁਰੂ ਨਾਨਕ ਦੇ ਘਰ ਜਦੋਂ ਸਿੱਖ ਸੰਗਤਾਂ ਵਸਤੂ ਚੜਾਉਂਦੀਆਂ ਸੀ, ਮੜੀਆਂ ਮੋਟੀਆਂ ਨਹੀਂ, ਜਿਵੇਂ ਆਪਾਂ ਵੀ 200-400 ਚਲੋ ਕੋਈ ਨਹੀਂ ਨਾ ਜੀ ਕਰਨਾ ਰੁਮਾਲੇ ਦਾ, ਪਰ ਨਹੀਂ, ਉਹ ਵਿਖਾਵਾ ਨਹੀਂ ਕਰਦੇ ਸੀ। ਉਦੋਂ ਜਿਹੜੀ ਵੀ ਚੀਜ਼ ਦੇਣੀ ਦਿਲੋਂ ਦੇਣੀ। ਉਸ ਵਕਤ 60-60 ਹਜ਼ਾਰ ਦੀਆਂ ਮਹਾਰਾਜ ਨੂੰ ਚੀਜ਼ਾਂ ਚੜ੍ਹਦੀਆਂ ਸੀ, ਬਸਤਰ ਇੰਨੇ ਮਹਿੰਗੇ। ਕਸ਼ਮੀਰ ਦੀ ਸੰਗਤ ਬਣਾਈ ਸੀ ਮਹਾਰਾਜ ਵਾਸਤੇ ਦੁਸ਼ਾਲੇ, ਜਿਹੜਾ ਬਾਬਾ ਬਿਧੀ ਚੰਦ ਲੈ ਕੇ ਆਏ ਸੀ। 60 ਹਜ਼ਾਰ ਦੇ ਉਦੋਂ ਬਣੇ ਸੀ, 60 ਲੱਖ ਨਹੀਂ ਮੁਕਾਬਲਾ ਕਰੇਗਾ ਅੱਜ ਦਾ। ਇੰਨੀ ਸ਼ਰਧਾ ਵਾਲੇ ਸਿੱਖ ਹੁੰਦੇ, ਐਂ ਗੁਰੂ ਥੋੜਾ ਦਿਆਲ ਹੁੰਦਾ। ਇਸ ਕਰਕੇ ਸਾਧ ਸੰਗਤ ਜੀ ਜਦੋਂ ਦੇਖਿਆ ਕੀਮਤੀ ਦੁਸ਼ਾਲਾ ਬੱਕਰੀਆਂ ਚਾਰਨ ਵਾਲਾ, ਕੋਤਵਾਲ ਨੂੰ ਸ਼ਿਕਾਇਤ ਕਰ ਦਿੱਤੀ। ਕੋਤਵਾਲ ਨੇ ਉਹਨੂੰ ਪੜ੍ਹਿਆ, ਪੁੱਛਿਆ ਕੌਣ ਹੈ, ਕਿਹਦੇ ਕੋਲ ਲਿਆਂਦੇ। ਉਹਨੇ ਦੱਸਿਆ ਵੀ ਇਸ ਤਰ੍ਹਾਂ 5 ਜਣੇ ਬੈਠੇ ਨੇ, ਬੜੇ ਨੂਰਾਨੀ ਚਿਹਰੇ ਨੇ, ਬਾਗ ਵਿੱਚ ਬੈਠੇ ਨੇ। ਤੇ ਕਈਆਂ ਇਤਿਹਾਸਕਾਰਾਂ ਨੇ ਇਸ ਤਰ੍ਹਾਂ ਵੀ ਕਿਹਾ ਸੀ ਕਿ ਵੀ ਜਿਹੜਾ ਸੀ ਇਹ ਬੜਾ ਗਰੀਬ ਸੀ, ਇਹਦੀ ਧੀ ਦਾ ਵਿਆਹ ਸੀ, ਕੁਛ ਹੈ ਨਹੀਂ ਸੀ ਇਹਦੇ ਕੋਲ, ਵੀ ਜੇ ਕਿਤੇ ਮਹਾਰਾਜ ਨੇ ਤਾਂ ਜਾਣਾ ਹੀ ਦਿੱਲੀ, ਜੇ ਕਿਤੇ ਮੇਰੇ ਕੋਲ ਹੋ ਕੇ ਲੰਘ ਜਾਣ, ਮੈਨੂੰ ਸਰਕਾਰੀ ਦਰਬਾਰੇ ਤੋਂ ਇਨਾਮ ਵੀ ਮਿਲ ਜਾਏਗਾ। ਖੈਰ ਜਿਵੇਂ ਵੀ ਬਿੱਧ ਮਹਾਰਾਜ ਨੇ ਆਪ ਬਣਾਤੀ, ਸੱਚੇ ਪਾਤਸ਼ਾਹ ਨੇ। ਕੋਤਵਾਲੀ ਆਇਆ, ਉਹਨੇ ਮਹਾਰਾਜ ਨੂੰ ਗ੍ਰਿਫਤਾਰ ਪੜ੍ਹਿਆ। ਫਿਰ ਮਹਾਰਾਜ ਨੂੰ ਗ੍ਰਿਫਤਾਰ ਕਰਕੇ ਔਰੰਗਜ਼ੇਬ ਬਾਦਸ਼ਾਹ ਨੂੰ ਖਬਰ ਪਹੁੰਚਾਈ ਗਈ। ਕੋਤਵਾਲੀ ਵਿੱਚ ਬੰਦ ਕਰ ਦਿੱਤਾ ਗਿਆ। ਦੇਖੋ ਸੰਸਾਰ ਦੇ ਲੋਕੋ, ਤੁਹਾਡੇ ਵਾਸਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਵੀ ਸੀ ਚੱਲੇ ਤੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਮਹਿਲ ਨੇ ਵੀ ਚੱਲੇ। ਉਹਨਾਂ ਨੂੰ ਕੋਤਵਾਲ ਲੈ ਗਿਆ ਸੀ, ਖੇੜੀ ਪਿੰਡ ਤੋਂ ਗੰਗੂ ਬ੍ਰਾਹਮਣ ਕਿ ਦੇਖੇ ਨਾ ਗੁਰੂ ਘਰ ਦੇ ਦਰਸ਼ਨ, ਜਿੱਥੇ ਮਾਤਾ ਜੀ ਨੂੰ ਰੱਖਿਆ ਰਾਤ ਨੂੰ। ਬਾਬਾ ਹਰਬੰਸ ਸਿੰਘ ਕਾਰਸੇ ਵਾਲਿਆਂ ਦੀ ਸੇਵਾ ਚੱਲਦੀ, ਗੁਰੂ ਘਰ ਬੜਾ ਸੋਹਣਾ ਬਣਾਇਆ। ਇਸ ਕਰਕੇ ਉੱਥੇ ਮਾਤਾ ਜੀ ਨੂੰ ਰਾਤ ਨੂੰ ਕੋਤਵਾਲ ਦੀ ਕੋਠੜੀ ਵਿੱਚ ਬੰਦ ਕੀਤਾ ਗਿਆ। ਕੋਤਵਾਲੀ ਗੁਰੂ ਤੇਗ ਬਹਾਦਰ ਮਹਾਰਾਜ, ਤੇ ਇੱਧਰ ਮਾਤਾ ਨੂੰ ਵੀ ਬੰਦ ਕੀਤਾ ਗਿਆ ਸੀ। ਸਾਡੇ ਵਾਸਤੇ ਬੜਾ ਕੁਛ ਕੀਤਾ ਗੁਰੂਆਂ ਨੇ, ਤੇ ਗੁਰੂਆਂ ਦੇ ਕਹਿਣੇ 'ਚ ਆ ਜਾਓ ਤਾਂ ਹੀ ਸਾਡਾ ਭਲਾ ਹੋਣਾ ਹੈ। ਗੁਰੂਆਂ ਨੇ ਸਾਡੇ ਵਾਸਤੇ ਸਾਰਾ ਕੁਛ ਕੀਤਾ। ਇਸ ਕਰਕੇ ਸਾਧ ਸੰਗਤ ਜੀ ਜਦੋਂ ਬੰਦ ਕਰ ਦਿੱਤਾ ਗਿਆ, ਔਰੰਗਜ਼ੇਬ ਬਾਦਸ਼ਾਹ ਨੇ ਫਿਰ ਆਪਣੇ ਇੱਧਰ ਸ਼ਾਹੀ ਕਾਜੀ ਸਿਪਾਹੀ ਭੇਜੇ। ਫਿਰ ਮਹਾਰਾਜ ਨੂੰ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਨੂੰ ਲੈ ਕੇ ਗਏ।
महाराज अगे 3 गल्लां रखियां गईयां, सिर्फ 3। पहला सी इस्लाम कबूल कर लो, दूजा सी करामात दिखाओ, शक्ति, तीजा सी मौत फिर कबूल कर लो, सजाए मौत दी जानी। गुरु तेग बहादुर महाराज कहन लगे, सरीरक सुखां दे भोगण वास्ते असीं परमेश्वर वल्लों दिता होया अपना धर्म नहीं छड्ड सकदे। भी दुनिया दे सुख वेख के धर्म छड्ड दईए फिर बंदा नहीं है। सरीरक सुख वेखण वास्ते नहीं, धर्म नहीं असीं छड्ड सकदे। महाराज कहंदे क्या सी ना, साडा धर्म कबूल कर लो, ਅਸੀਂ ਵੀ ਤੁਹਾਨੂੰ ਪੀਰ ਮੰਨਾਂਗੇ। ਜਿਵੇਂ ਹਿੰਦੂ ਗੁਰੂ ਮੰਨਦੇ ਨੇ, ਅਸੀਂ ਪੀਰ ਮੰਨਾਂਗੇ। ਉਹਨਾਂ ਦੀ ਬਾਂਹ ਛੱਡ ਦਿਓ, ਹਿੰਦੂਆਂ ਦੀ 33 ਕਰੋੜ ਹਿੰਦੂ ਦੀ ਜਿਹੜੀ ਤੁਸੀਂ ਬਾਂਹ ਛੱਡੀ ਹੈ, ਫੜੀ ਹੈ, ਇਹ ਛੱਡ ਦਿਓ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸੰਗ ਜੋੜੀਐ, ਮਨ ਲੋਚੈ ਬੁਰਿਆਈਆਂ, ਗੁਰ ਸ਼ਬਦੀ ਮਨ ਹੋੜੀਐ, ਬਾਹੇ ਜਿਨ੍ਹਾਂ ਦੀ ਪਕੜੀਐ, ਸਿਰ ਦੀਜੈ ਬਾਹੇ ਨਾ ਛੋੜੀਐ। गुरु तेग बहादुर बोलिया, धर पईए धर्म ना छोड़िए। गुरु तेग बहादुर महाराज कहते, जिंदी बाह फड़ लीए फिर सिर की बाजी ला देंगे, सिर दे देंगे पर बाह नहीं छड्डांगे। असीं परलांघ दे जाके बदल जाने, गुरु दे सिख हाँ सी, उत्तों कुछ विचों नहीं पाई। ऐ नहीं आपां गुरु की किरपा के पात्र नहीं बने। साडे गुरु ने किसी की मदद वास्ते, किसी के भले वास्ते अपना बलिदान देता सी। तो अगले गुरु मनन नूं बैठे ने, पीर मनन नूं, सारा कुछ देन नूं तैयार ने। मर कहंदे नहीं। सच्चे पातशाह कहंदे, जे मुसलमानां दा धर्म खतरे 'च हुंदा, वो आके सानूं बेनती करदे, असीं उन्हां तुहाडी भी बांह फड़ लेनी सी। जे अज टाइम इन्हां ते आया है मुसीबत दा, ते असीं इन्हां दी बांह फड़ी, बांह नहीं छड्डांगे असीं इन्हां दी। इस्लाम नहीं कबूल करांगे। महाराज कहने लगे, कहते करामात दिखाओ। महाराज कहते करामात कहर दा नां है। करामात गुरु घर विच नहीं विखाई जाती, कहर दा नां है। असीं कहर नहीं करना चाहुंदे, करामात नहीं विखावांगे। फिर कहते कतल कीते जाओगे। महाराज कहते संसार ही मुसाफरां दी सराह है। साध संग जी, सराह है मुसाफर करना जिथे रह रहे हैं। इत्थे दावा नहीं भी तू 4 दिनों का, तू 10 दिनों का, ये पता नहीं अपनी रात भी लंघनी कि नहीं लंघनी। कई सुभाविक कहते हैं कोई तू 2 सालों का, 4 सालों का, तो इस करके अपना की पता रात भी कढ़नी कि नहीं कढ़नी, कोई पता नहीं है। इत्थे ये जग धुएं का पहाड़, ये तो किसी की मनियाद नहीं है। धन गुरु तेग बहादुर महाराज कहते, जगत ही सराए हैं, मुसाफरां दी सराई। कोई अगे कोई पिछे, चले तो जाना ही है। असीं तां तुरन वास्ते तैयार बैठे हाँ। कबीर मोहे मरने का चाओ है, मरो तां हर कै द्वार, मातर पूछे कौन है परा हमारा। ये गुरुआं ते टुकदा है, गुरु दे शहीदां ते बचन। ये उत्तर सुन के कोठड़ी विच बंद कर दिता, खाना पीना मारन नूं बंद कर दिता। इन्हां दी कोशिश ये सी कि महाराज मन जाण, सारे हिंदू मुसलमान बन जाणगे। उन्होंने क्या ही होया भी जे महाराज बन गए असीं बन जाएंगे। मारना नहीं चाहुंदे सी, महाराज नूं मनाउणा चाहुंदे सी। खाना पीना बंद कर दिता महाराज। फिर उस तो बाद महाराज दे नाल जिहड़े सिख सी वो सामने महाराज जिवें पिंजरे विच बंद कीता ना, थल्ले भी तिखे सूर अपने लगे हुए ने, छुरे उपर भी छुरे लगे हुए ने। 5 फुट का पिंजरा। महाराज का कद वेखे कितना लंबे सी गुरु तेग बहादुर महाराज। ते साडे वास्ते वो पिंजरे विच रहे गुरु तेग बहादुर महाराज, ना बैठ सकते ने ना खड़े हो सकते, ऐसा तसीहा दिता गया। महाराज फिर भी मन्ने नहीं। फिर महाराज दे नाल जिहड़े सिख आए सी, भाई मती दास, भाई सती दास। भाई मती दास नूं आरे नाल सामने चीरिया गया, आरे नाल चीरे गए। कहने लगे भाई मती दास ने जांदी वारी दा उपदेश पुछया गुरु तेग बहादुर महाराज, ते महाराज पिंजरे च दूर ने सामने। गुरु तेग बहादुर महाराज ने
सिर तो ना कपड़ा इस साइड ते करके केसां चों कंघा कढ़िया लक्कड़ दा ते दंदियां दे उत्ते ऐ ਉਂਗਲ फेरती, फिर विच रख ली। उपदेश देता महाराज। हुण आपां नूं समझाउण वास्ते उपदेश भाई मती दास दा समझ गए। ते साध संजी उपदेश की सी? भाई मती दास आ जिहड़ा ਲੱਕੜ ਦਾ ਕੰਘਾ है ना, ये ਲੱਕੜ है। ये जिहड़ी कंघी है ना साध संजी आरी नाल बनदी है, आरी नाल। इन्हें लकड़ी ने अपने च आरी फराई है। आरी जदों फराई है तो तां इनू ये मान प्राप्त होया, सब तो उपर केसां विच इनू रखिया जांदा है। एडा वड्डा मरातबा इनू तां मिलिया है। जे तू अपने ते आरा फरा लेगा तो बई सिੱਖੀ ਦੇ घर विच सब तो उपर बैठ जाएगा। ਜਿਹੜੇ ਆਰਿਆਂ ਨਾਲ ਚੀਰੇ ਗਏ ਬੈਠੇ ਹੀ ਹੋਏ ਨੇ ਰੋਜ਼ ਅਰਦਾਸ ਜਦੋਂ ਵੀ ਪੜ੍ਹਦੇ ਆ ਕਰਦੇ ਆ ਆਪਾਂ ਸੁਣਦੇ ਆ, ਜਿਹੜੇ ਆਰਿਆਂ ਨਾਲ ਚੀਰੇ ਗਏ ਸ਼ੁਰੂ ਹੁੰਦਾ ਬਾਬਾ ਮਤੀ ਦਾਸ ਤੋਂ। ਸਮਝ ਗਏ ਸੀ ਇਸ਼ਾਰਾ। ਫਿਰ ਕਹਿੰਦੇ ਸੀ ਆਰਾ ਤਾਂ ਆਰੇ ਨਾਲ ਚੀਰ ਦੋ, ਆਰਾ ਤਾਂ ਪਿਆਰਾ ਲੱਗਦਾ ਹੈ। ਕਹਿੰਦੇ ਜਦੋਂ ਇੱਥੇ ਆਰਾ ਰੱਖਿਆ ਨਾ ਖੂਨ ਦਾ ਫੁਹਾਰਾ ਨਿਕਲਿਆ, ਇੱਕੋ ਹੀ ਮਾਰੀ ਸੀ ਦੰਦੀ ਇੰਜ। ਤੇ ਕਹਿਣ ਲੱਗੇ ਡਰ ਗਿਆ ਵੇਖ। ਉਦੋਂ ਤੱਕ ਕਹਿੰਦਾ ਸੀ ਲਾਹੌਰ ਦੀ ਤੇ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਕੇ ਮੈਂ ਪਨਾਹ ਕਰ ਦਾਂਗਾ, ਹੁਣ ਘਬਰਾ ਗਿਆ। ਕਹਿੰਦੇ ਘਬਰਾਇਆ ਨਹੀਂ ਜ਼ਾਲਮਾ, ਮੈਂ ਕਹਿ ਰਿਹਾ ਇਹ ਚੀਜ਼ ਨੂੰ ਪਾਉਣ ਵਾਸਤੇ ਬੜੇ ਸਾਲ ਲੱਗੇ ਨੇ, ਕਾਹਲੀ ਨਾ ਕਰਿਓ। ਮੈਂ ਵੀ ਪਾਠ ਕਰਨਾ, ਹੌਲੀ ਹੌਲੀ ਆਰਾ ਚਲਾਇਓ, ਹੌਲੀ ਹੌਲੀ। ਕਹਿੰਦੇ ਕਮਾਲ, ਜਦੋਂ ਹੌਲੀ ਹੌਲੀ ਚੱਲੇਗਾ ਦਰਦ ਕਿੰਨਾ ਹੋਏਗਾ, ਇਹਨੂੰ ਤੜਫੇਗਾ। ਉਧਰ ਜਪਜੀ ਸਾਹਿਬ ਸ਼ੁਰੂ ਕਰ ਲਿਆ, ਇੱਕ ਓੰਕਾਰ ਉਹਨਾਂ ਨੇ ਆਰਾ ਚਲਾਉਣਾ ਸ਼ੁਰੂ ਕਰਤਾ। ਕਈਆਂ ਨੇ ਤਾਂ ਇਸ ਤਰ੍ਹਾਂ ਲਿਖਿਆ ਨਾ ਵੀ ਸ਼ਲੋਕ ਰਹਿ ਗਿਆ ਸੀ ਤੇ ਅੱਧਾ ਉਹ ਫਾੜ ਚੋਂ ਆਵਾਜ਼ ਆਉਂਦੀ ਸੀ, ਅੱਧਾ ਉਹ ਫਾੜ ਚੋਂ ਆਵਾਜ਼ ਆਉਂਦੀ। ਪਰ ਕਈ ਮਹਾਂਪੁਰਸ਼ਾਂ ਨੇ ਇਸ ਤਰ੍ਹਾਂ ਲਿਖਿਆ, ਕਹਿੰਦੇ ਅੱਧਾ ਜਪਜੀ ਸਾਹਿਬ ਇੱਥੇ ਪਹੁੰਚ ਗਿਆ ਸੀ, ਪੰਚ ਪ੍ਰਵਾਨ ਪੰਚ ਪ੍ਰਧਾਨ ਇੱਥੇ ਪਹੁੰਚ ਗਏ ਸੀ 16ਵੀਂ ਪੌੜੀ। ਤੇ ਜਿਹੜਾ ਬਾਕੀ ਜਪਜੀ ਸਾਹਿਬ ਰਹਿ ਗਿਆ ਸੀ, ਫਿਰ ਇੱਕ ਉਹ ਫਾੜ ਚੋਂ ਪੰਕਤੀ ਦੀ ਆਵਾਜ਼ ਆਉਂਦੀ ਸੀ, ਇੱਕ ਦੂਜੇ ਚੋਂ। ਇਸ ਤਰ੍ਹਾਂ ਜਪਜੀ ਸਾਹਿਬ ਸਾਰਾ ਹੋਇਆ। ਉਹਨਾਂ ਦੇ ਸਿਰ ਤੇ ਆਰੇ ਰੱਖੇ ਜਾਂਦੇ ਸੀ, ਜਪਜੀ ਸਾਹਿਬ ਚੱਲਦੇ ਸੀ। ਅਸੀਂ ਡਨਲਪ ਦੇ ਗੱਦਿਆਂ ਤੇ ਪਏ ਹਾਂ ਘਰ ਕੋਠੀਆਂ 'ਚ, ਸਾਨੂੰ ਜਪਜੀ ਸਾਹਿਬ ਫਿਰ ਵੀ ਨਹੀਂ ਜੀ ਨਹੀਂ ਕਰਦਾ। ਹੁਣ ਪਤਾ ਨਹੀਂ ਜੀ ਕਿਹੜੇ ਆਰਾ ਫਿਰੇਗਾ ਤਾਂ ਫਿਰ ਹੋਏਗਾ ਤਿਆਰ ਰਹਿੰਦਾ ਜੀ। ਸੁੱਖਾਂ ਦੇ ਘਰ ਵਿੱਚ ਬੈਠੇ ਆ, ਜਪਜੀ ਸਾਹਿਬ ਕਰਨ ਨੂੰ ਜੀ ਨਹੀਂ ਕਰਦਾ ਪਿਆ। ਦੱਸੋ ਕਿਹੜੇ ਗੁਰੂ ਦੇ ਸਿੱਖਾਂ ਸੀ? ਤੁਹਾਡੇ ਗੁਰੂਆਂ ਦੇ ਸਿੱਖਾਂ ਦਾ ਇਤਿਹਾਸ ਤਾਂ ਸੁਣੋ। ਆਰੇ ਚੱਲਦੇ ਨੇ, ਜਪਜੀ ਸਾਹਿਬ ਦੇ ਪਾਠ ਚੱਲਦੇ ਪਏ ਨੇ। ਚੀਰ ਦਿੱਤਾ ਗਿਆ। ਫਿਰ ਭਾਈ ਸਤੀ ਦਾਸ ਨੂੰ ਸਾਹਮਣੇ ਰੂਮ ਵਿੱਚ ਲਪੇਟ ਕੇ ਸਾੜਿਆ ਗਿਆ। ਇਹ ਤਸੀਹੇ ਤਾਂ ਦਿੱਤੇ ਕਿ ਮਹਾਰਾਜ ਡਰ ਜਾਣ, ਇਹ ਮੰਨ ਜਾਣ। ਪਰ ਮਹਾਰਾਜ ਅਡੋਲ ਰਹੇ, ਗੁਰੂ ਦੇ ਸਿੱਖ ਅਡੋਲ ਰਹੇ। ਫਿਰ ਗੁਰੂ ਤੇਗ ਬਹਾਦਰ ਮਹਾਰਾਜ ਨੇ ਇੱਥੇ ਚਿੱਠੀ ਲਿਖੀ ਸੀ। ਮਾਤਾ ਥੋੜ੍ਹਾ ਜਿਹਾ ਨਾ ਜ਼ਿਆਦਾ ਵਿਜੋਗ ਕਰਦੀ, ਮਾਤਾ ਨਾਨਕੀ। ਫਿਰ ਮਹਾਰਾਜ ਨੇ ਚਿੱਠੀ ਲਿਖੀ 9ਵੇਂ ਮਹੱਲਾਂ ਦੀ ਸ਼ਲੋਕਾਂ ਦੀ, ਜਿਹੜਾ 50ਵਾਂ ਸ਼ਲੋਕ ਤੇ 51ਵਾਂ ਮਾਤਾ ਨੂੰ ਚਿੱਠੀ ਦੇ ਰੂਪ ਵਿੱਚ ਲਿਖ ਕੇ ਭੇਜਿਆ। ਰਾਮ ਗਿਓ ਰਾਵਣ ਗਿਓ ਜਾਕੋ ਬਹੁ ਪਰਿਵਾਰ, ਕਹੋ ਨਾਨਕ ਫਿਰ ਕਛ ਨਹੀਂ ਸੁਪਨੇ ਜਿਉ ਸੰਸਾਰ। चिंता ताकि कीजिए जो अनहोनी होए, एव मार्ग संसार को नानक थिर नहीं कोई। माता जी चिंता ना करो, इस संसार ते कोई सदा रहा। देखो किन्ने किन्ने परिवारां वाले चले गए। राम गियो रावण गियो जाको बहु, ये चिट्ठी भेजी सी। कहंदे फिर नाल ही अपने साहिबजादे वास्ते भी एक शब्द लिख के भेजिया सी। वो सी 53वां श्लोक। बल छुटकेओ बंधन परे, कछु न हो तो पाए। कहो नानक अबूट हर गज ज्यों हो सहाय। ਇਹ ਭੇਜਿਆ ਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਕੋਲ ਪਹੁੰਚਿਆ, ਇਹ ਚਿੱਠੀ ਰੂਪ ਵਿੱਚ ਸ਼ਬਦ ਗੁਰੂ ਗੋਬਿੰਦ ਰਾਏ ਮਹਾਰਾਜ ਕੋਲ, ਤੇ ਮਹਾਰਾਜ ਨੇ ਉੱਤਰ ਇਹਦਾ ਭੇਜਿਆ ਸੀ। ਬਲ ਹੁਆ ਬੰਧਨ ਛੁਟੇ, ਸਭ ਕਿਛ
होत उपाय। नानक सब किछ तुमरे हाथ में, तुम ही होत सहाय। ਇਹ ਗੁਰੂ ਗੋਬਿੰਦ ਰਾਏ ਨੇ ਉੱਤਰ ਦਿੱਤਾ ਸੀ ਗੁਰੂ ਤੇਗ ਬਹਾਦਰ ਮਾਨ ਉਹਨਾਂ ਦੇ ਸ਼ਲੋਕ ਦਾ। ਸੇਮ ਮਿਲਦੇ ਜੁਲਦੇ ਨੇ ਸ਼ਲੋਕ। ਫਿਰ ਜਦੋਂ ਇਹ ਸ਼ਲੋਕ ਦਾ ਉੱਤਰ ਦੇਖਿਆ, ਗੁਰੂ ਤੇਗ ਬਹਾਦਰ ਮਾਨ ਕਹਿਣਗੇ ਸਾਡਾ ਸਾਹਿਬਜ਼ਾਦਾ ਹੁਣ ਘਬਰਾਏਗਾ ਨਹੀਂ, ਡਰੇਗਾ ਨਹੀਂ। ਇਹ ਅਨੁਮਾਨ ਲੱਗ ਗਿਆ, ਪਤਾ ਲੱਗ ਗਿਆ। ਹੁਣ ਸਮੇਂ ਨੂੰ ਚੰਗੀ ਤਰ੍ਹਾਂ ਸੰਭਾਲ ਕਰੇਗਾ, ਵੈਰੀਆਂ ਦੇ ਸਿਰ ਭੰਨੇਗਾ, ਜ਼ੁਲਮ ਦੀ ਜੜ ਪੁੱਟ ਦੇਗਾ ਸਾਡਾ ਸਾਹਿਬਜ਼ਾਦਾ। ਫਕਰ ਹੈ ਗੁਰੂ ਤੇਗ ਬਹਾਦਰ ਮਾਨ। ਸੋ ਸਾਧ ਸੰਗਤ ਜੀ, ਜਦੋਂ ਮਹਾਰਾਜ ਨਾਮ ਮੰਨੇ, ਫਿਰ ਮਹਾਰਾਜ ਨੂੰ ਚਾਂਦਨੀ ਚੌਂਕ ਲਿਆਂਦਾ ਗਿਆ। ਮਹਾਰਾਜ ਨੇ ਕਰਾਮਾਤ ਵੀ ਨਹੀਂ ਵਿਖਾਈ। ਸੱਚੇ ਪਾਤਸ਼ਾਹ ਨੂੰ ਕਹਿੰਦੇ ਨੇ ਔਰੰਗਜ਼ੇਬ ਬਾਦਸ਼ਾਹ, ਮੈਂ ਤਾਂ ਲੜਾਈ ਝਗੜਾ ਖਤਮ ਕਰਨਾ ਚਾਹੁੰਦਾ, ਵੀ ਦੋ ਧਰਮ ਇੱਕ ਕਰਦਾ, ਹਿੰਦੂ ਤੇ ਮੁਸਲਮਾਨ ਬਣ ਜਾਣ ਸਾਰੇ। ਸਾਰਾ ਝਗੜਾ ਹੀ ਐਵੇਂ ਲੜਦੇ ਰਹਿੰਦੇ ਨੇ ਆਪਸ ਵਿੱਚ ਧਰਮਾਂ ਦੇ ਨਾਂ। ਮਹਾਰਾਜ ਕਹਿੰਦੇ ਤੂੰ ਇੱਕ ਕਰਨਾ ਚਾਹੁੰਦਾ, ਇਹਦੇ ਤੇ ਤਿੰਨ ਬਣਨੇ ਨੇ, ਤਿੰਨ ਧਰਮ ਬਣਨੇ ਨੇ। ਕਹਿੰਦੇ ਉਹ ਕਿਵੇਂ? ਕਹਿੰਦੇ ਇਹ ਪੁਰਾਣੇ ਮਹਾਂਪੁਰਸ਼ ਸੁਣਾਉਂਦੇ ਹੁੰਦੇ ਸੀ। ਕਹਿੰਦੇ ਮਿਰਚਾਂ ਦੀ ਆਪਣਾ ਬੋਰੀ ਲੈ ਕੇ ਆਓ, ਮਿਰਚਾਂ ਦੀ ਬੋਰੀ ਲੈ ਕੇ ਆਉਂਦੇ, ਅੱਗ ਲਾ ਦਿਓ, ਅੱਗ ਲਾ ਦਿੱਤੀ। ਕਹਿੰਦੇ ਵੇਖੋ, ਕਹਿੰਦੇ ਤਿੰਨ ਬੱਚੀਆਂ ਨੇ? ਕਹਿੰਦੇ ਹਾਂ। ਕਹਿੰਦੇ ਅਕਾਲ ਪੁਰਖ ਵੱਲੋਂ ਹੁਕਮ ਹੈ। ਕਹਿੰਦੇ ਇਹ ਕਰਾਮਾਤ ਨਹੀਂ? ਮਾਰੇ ਕਹਿੰਦੇ ਕਰਾਮਾਤ ਨਹੀਂ, ਇਹ ਅਕਾਲ ਪੁਰਖ ਵੱਲੋਂ ਹੁਕਮ ਹੈ ਵੀ ਖਾਲਸਾ ਪੰਥ ਦੁਨੀਆ ਤੇ ਸੱਜਣਾ ਹੀ ਸੱਜਣਾ ਹੈ, ਚੱਲਣਾ ਹੀ ਚੱਲਣਾ ਹੈ। ਖਾਲਸ ਪਿਓਰ, ਇਹ ਸੰਤ ਸਿਪਾਹੀ ਦੁਨੀਆ ਤੇ ਪ੍ਰਗਟ ਕਰਨੇ ਹੀ ਕਰਨੇ ਨੇ। ਸਾਧ ਸੰਗਤ ਜੀ, ਅਕਾਲ ਪੁਰਖ ਨੇ ਸਾਜਿਆ ਆਪ, ਤਾਂ ਦੁਨੀਆ ਖਾਲਸੇ ਤੋਂ ਡਰਦੀ ਹੈ। ਇਹ ਵਿਕਣ ਵਾਲੇ ਨਹੀਂ, ਵਿਕੇ ਨਹੀਂ। ਖਾਲਸੇ ਦਾ ਇਤਿਹਾਸ ਹੈ, ਨਹੀਂ ਵਿਕੇ ਤੇ ਉਹਨਾਂ ਦੀਆਂ ਤਸਵੀਰਾਂ ਵਿਕਦੀਆਂ ਨੇ। ਜਿਹੜੇ ਆਪ ਵਿਕ ਗਏ ਉਹਨਾਂ ਦਾ ਕੋਈ ਨਾਂ ਨਹੀਂ ਲੈਂਦਾ। ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਤਸਵੀਰਾਂ ਵਿਕਦੀਆਂ ਨੇ ਉਹਨਾਂ ਦੀਆਂ, ਵਿਕੇ ਨਹੀਂ ਉਹ ਆਪ। ਢੇਰ ਲਾਤੇ ਸੀ ਲਾਲਚਾਂ ਦੇ ਸਰਕਾਰਾਂ ਨੇ ਉਦੋਂ ਵੀ, ਪਰ ਵਿਕੇ ਨਹੀਂ ਉਹ। ਰਹਿੰਦੀ ਦੁਨੀਆ ਤੱਕ ਨਾ ਰਹਿਣਾ ਉਹਨਾਂ ਦਾ। ਇਸ ਕਰਕੇ ਸੱਚੇ ਪਾਤਸ਼ਾਹ ਨੂੰ ਚਾਂਦਨੀ ਚੌਂਕ ਲਿਆ ਕੇ, ਤੇ ਇਹ ਜਿਹੜਾ ਜਲਾਦ ਸੀ ਸਮਾਣੇ ਦਾ, ਸੈਯਦ ਜਲਾਲਦੀਨ, ਇਹਨੇ ਕਿਰਪਾਨ ਆਪਣੀ ਐ ਕਮਾਈ। ਗੁਰੂ ਤੇਗ ਬਹਾਦਰ ਮਹਾਰਾਜ ਮੁਸਕਰਾਏ। ਕਹਿੰਦੇ ਮਹਾਰਾਜ ਕਿਉਂ ਮੁਸਕਰਾਉਂਦੇ? ਕਹਿੰਦੇ ਤੂੰ ਮਾਣ ਤਾਂ ਬੜਾ ਕਰਦਾ, ਪਰ ਇਹਨੇ ਸਿਰ ਤਾਂ ਸਾਡਾ ਲਾ ਲਏਗੀ ਕਿਤੇ। ਇਹ ਪੁਰਾਣੇ ਮਹਾਂਪੁਰਸ਼ ਸੁਣਾਉਂਦੇ ਹੁੰਦੇ ਸੀ। ਕਹਿੰਦੇ ਆ ਬੰਨ ਲੈ ਉੱਤੇ ਧਾਗਾ ਕੱਚਾ, ਜੇ ਟੁੱਟ ਗਿਆ ਤਾਂ ਕਹਿ ਦੀ ਵੀ ਤੂੰ ਵੱਡੇ ਕਿਤੇ ਮਾਹਣ 'ਚ ਰਹਿ ਜੇ। ਸਾਡਾ ਨਾਂ ਤੇਗ ਬਹਾਦਰ ਐ ਨਹੀਂ ਰੱਖਿਆ, ਸਾਡਾ ਨਾਂ ਤਿਆਗਮਲ ਸੀ। ਸਾਡੇ ਪਿਤਾ ਨੇ ਖੁਸ਼ ਹੋ ਕੇ ਕਰਤਾਰਪੁਰ ਦੀ ਜੰਗ ਤੇ ਜਦੋਂ ਅਸੀਂ ਜ਼ੋਰ ਦਿਖਾਏ ਤਲਵਾਰ ਦੇ, ਤੇ ਕਿਹਾ ਸੀ ਤੂੰ ਤਿਆਗਮਲ ਨਹੀਂ, ਤੂੰ ਤੇਗ ਬਹਾਦਰ ਹੈ, ਤੇਗ ਦਾ ਬਹਾਦਰ ਹੈ, ਧਨੀ ਹੈ। ਤੇਰੇ ਵਰਗਾ ਤੇਗ ਦਾ ਧਨੀ ਨਹੀਂ ਹੋ ਸਕਦਾ। ਸਾਡਾ ਨਾਂ ਤਾਂ ਤੇਗ ਬਹਾਦਰ ਰੱਖਿਆ ਗੁਰੂ ਹਰਗੋਬਿੰਦ ਮਹਾਰਾਜ। ਕਹਿੰਦੇ ਇਹ ਵੀ ਉਹਨੇ ਤੰਦ ਬੰਨ੍ਹ ਲਈ ਸੀ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਇਸ਼ਨਾਨ ਕਰਕੇ ਤੇ ਬੈਠ ਕੇ ਚੌਂਕੜਾ ਮਾਰ ਕੇ ਕਹਿੰਦੇ ਜਦੋਂ ਸਿਰ ਨਵਾਵਾਂਗੇ ਉਦੋਂ ਵਾਰ ਕਰੀ। ਜਪਜੀ ਸਾਹਿਬ ਦਾ ਪਾਠ ਮਹਾਰਾਜ ਨੇ ਕੀਤਾ। ਜਦੋਂ ਜਿਨੀ ਨਾਮ ਧਿਆਏ ਗਏ ਮੁਸਕਤ ਕਾਲ, ਨਾਨਕ ਤਿਮ ਉਜਲੇ ਕੀਤੀ ਛੁੱਟੀ ਨਾਲ। ਸਿਰ ਮਹਾਰਾਜ ਨੇ ਨੀਵਾਂ ਕੀਤਾ। ਜਦੋਂ ਜਲਾਦ ਨੇ ਫਿਰ ਤਲਵਾਰ ਦਾ ਵਾਰ ਕੀਤਾ, ਕਾਲੀ ਬੋਲੀ ਹਨੇਰੀ ਆਈ। ਕਹਿੰਦੇ ਮਹਾਰਾਜ ਦਾ ਧੜ ਲੱਥ ਗਿਆ, ਜੁਦਾ ਹੋ ਗਿਆ ਧੜ ਤੋਂ ਸੀਸ। ਉਹਨੇ ਦੇਖਿਆ ਵੀ ਵਾਕਈ ਗੁਰੂ ਤੇਗ ਬਹਾਦਰ ਮਾਨ ਦੇ ਬਚਨ ਸੱਤ ਨੇ। ਮੈਂ ਕਿਤੇ ਤਲਵਾਰ ਦਾ ਮਾਣ ਕਰਾਂ, ਇਹ ਤਾਂ ਅਕਾਲ ਪੁਰਖ ਵੱਲੋਂ ਹੀ ਹੁਕਮ। ਇਸ ਕਰਕੇ ਸਾਧ ਸੰਗਤ ਜੀ, ਗੁਰੂ ਤੇਗ ਬਹਾਦਰ ਮਹਾਰਾਜ ਦੇ ਸੰਬੰਧ ਵਿੱਚ ਜਦੋਂ ਸੀਸ ਲੱਥਿਆ ਆਪਾਂ ਸਮਾਪਤੀ ਕਰਦੀ। ਅੱਜ ਤਾਂ ਨਾਲੇ ਮਹਾਰਾਜ ਦਾ ਦਿਹਾੜਾ, ਕੋਈ ਟਾਈਮ ਵੱਧ ਲੱਗ ਗਿਆ, ਲੇਖੇ ਪੈ ਜਾਣਾ। ਵੈਸੇ ਸਮਾਪਤੀ ਹੋ ਗਈ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਸਾਧ ਸੰਗਤ ਜੀ ਉਹਨਾਂ ਦੀ ਸ਼ਹਾਦਤ ਹੋ ਗਈ, ਉਹਨਾਂ ਦਾ ਸੀਸ ਲੱਥ ਗਿਆ,
ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਿਖਿਆ ਦਸਮ ਵਿੱਚ, ਤੇਗ ਬਹਾਦਰ ਕੇ ਚਲਤ ਭਿਓ ਜਗਤ ਕੋ ਸੋਗ ਹੈ ਸਭ ਜਗ ਭਿਓ ਜੈ 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 ਸੁਰਲੋਕ। ਕਹਿੰਦੇ ਹੈ ਕਾਰ ਮਚ ਗਈ, ਲੋਕਾਂ ਵਿੱਚ ਸੋਗ ਛਾ ਗਿਆ। ਚੁੱਲ੍ਹੇ ਨਹੀਂ ਤਪੇ ਫਿਰ ਕਰਾਂਗੇ ਵਿੱਚ। ਗੁਰੂ ਤੇਗ ਬਹਾਦਰ ਮਹਾਰਾਜ ਨੇ ਸਾਡੇ ਵਾਸਤੇ ਬਲੀਦਾਨ ਦਿੱਤਾ। ਇਸ ਕਰਕੇ ਇਹ 1675 ਮਹਾਰਾਜ ਨੇ 1675 ਵਿੱਚ ਆਪਣਾ ਇਹ ਬਲੀਦਾਨ ਦੇ ਦਿੱਤਾ, ਸ਼ਹਾਦਤ ਦੇ ਦਿੱਤੀ, ਬੜੀ ਵੱਡੀ ਸ਼ਹਾਦਤ, ਮਹਾਰਾਜ ਦੀ ਅਦੁੱਤੀ ਸ਼ਹਾਦਤ। ਕਹਿਣ ਲੱਗੇ ਹਫੜਾ ਦਪੜੀ ਮਚ ਗਈ। ਉਸ ਤੋਂ ਬਾਅਦ ਭਾਈ ਜੈਤੇ ਨੇ ਮਹਾਰਾਜ ਦਾ ਸੀਸ ਲੈ ਕੇ ਅਨੰਦਪੁਰ ਸਾਹਿਬ, ਜੇ ਮਾਤਾ ਨਾਨਕੀ ਨੇ ਕਹਿਣਾ ਇਸ ਤਰ੍ਹਾਂ ਹੀ ਦਰਸ਼ਨ ਦੇਖਣਾ ਚਾਹੁੰਦੀ, ਉਵੇਂ ਹੀ ਹੱਸੂ ਹੱਸੂ ਕਰਦਾ ਚਿਹਰਾ ਗੁਰੂ ਤੇਗ ਬਹਾਦਰ ਮਹਾਰਾਜ ਦਾ ਤੱਕਿਆ। ਤੇ ਸਾਧ ਸੰਗਤ ਜੀ ਫਿਰ ਇਹਦਾ ਸੰਸਕਾਰ ਮਹਾਰਾਜ ਨੇ ਚੰਦਨ ਦੀਆਂ ਲੱਕੜੀਆਂ ਲਾ ਕੇ ਗੁਰੂ ਗੋਬਿੰਦ ਰਾਏ ਨੇ ਕੀਤਾ। ਤੇ ਉਹ ਗੁਰਦੁਆਰੇ ਦਾ ਨਾਂ ਹੈ ਜਿੱਥੇ ਸੀਸ ਦਾ ਸੰਸਕਾਰ ਹੋਇਆ, ਅਨੰਦਪੁਰ ਸਾਹਿਬ, ਸੀਸਗੰਜ ਸਾਹਿਬ। ਤੇ ਜਿੱਥੇ ਸੀਸ ਲਾਇਆ ਚਾਂਦਨੀ ਚੌਂਕ, ਇੱਥੇ ਗੁਰਦੁਆਰੇ ਦਾ ਨਾਂ ਹੈ ਸੀਸਗੰਜ ਸਾਹਿਬ। ਦੋਵੇਂ ਨਾਂ ਮਿਲਦੇ ਜੁਲਦੇ ਨੇ। ਫਿਰ ਭਾਈ ਲੱਖੀ ਸ਼ਾਹ ਵਣਜਾਰਾ, ਜਿਹੜਾ ਸ਼ਾਹ ਵਣਜਾਰਾ ਸੀ, ਬੜਾ ਵੱਡਾ ਵਪਾਰ ਕਰਦਾ ਸੀ। ਇਹਨਾਂ ਦੇ ਰਾਜਿਆਂ ਦੇ ਮਹਿਲਾਂ ਵਿੱਚ ਜਿਹੜਾ ਰਸਦ-ਬਾਣੀ ਗੱਡਿਆਂ ਤੇ ਲੱਦ ਕੇ ਲਿਆਉਂਦਾ ਹੁੰਦਾ ਸੀ। ਇਹਨੂੰ ਪਤਾ ਲੱਗਾ ਵੀ ਗੁਰੂ ਘਰ ਦੇ ਸ਼ਰਧਾਲੂ ਸੀ। ਕਈ ਇਤਿਹਾਸਕਾਰਾਂ ਨੇ ਬਾਬਾ ਲੱਖੀ ਸ਼ਾਹ ਵਣਜਾਰਾ ਲੁਬਾਣਾ ਕੌਮ ਦਾ ਲਿਖਿਆ ਹੋਇਆ, ਬੜੀ ਤਕੜੀ ਸ਼ਹਾਦਤ, ਵੱਡੀ ਸ਼ਹਾਦਤ ਲਿਖੀ, ਬੜੀ ਵੱਡੀ ਕੁਰਬਾਨੀ ਦੇਣ ਲਿਖੀ ਹੋਈ ਹੈ। ਕਹਿਣ ਲੱਗੇ ਇਹਨਾਂ ਨੂੰ ਪਤਾ ਲੱਗਾ, ਇਹਨਾਂ ਨੇ ਫਿਰ ਗੱਡੇ ਦੇ ਉੱਤੇ ਮਹਾਰਾਜ ਦਾ ਜਿਹੜਾ ਧੜ ਸੀ ਉੱਤੇ ਕੁਝ ਸਮਾਨ ਕੱਪੜਾ ਪਾ ਕੇ ਵੀ ਪਤਾ ਨਾ ਲੱਗੇ, ਗੱਡਾ ਭਜਾ ਕੇ ਆਪਣੇ ਘਰ ਲਿਆਏ। ਜਾਣਿਆ ਜੇ ਇਕੱਲੇ ਦਾ ਸੰਸਕਾਰ ਕੀਤਾ ਪਤਾ ਲੱਗ ਜਾਣਾ। ਅੰਦਰ ਮਹਾਰਾਜ ਦਾ ਸਰੂਪ ਬਸਤਰ ਸਜਾ ਕੇ, ਸੋਹਣੇ ਬੜੇ ਬਸਤਰ ਸਜਾਏ, ਮਹਾਰਾਜ ਦਾ ਸੀਸ ਸੁਭਾਇਮਨ ਕੀਤਾ, ਧੜ ਜਿਹੜਾ ਸੀ ਧੜ ਮਹਾਰਾਜ ਦਾ ਬਿਰਾਜਮਾਨ ਕੀਤਾ। ਜਿਵੇਂ ਦਾ ਸਤਿਕਾਰ ਹੋਇਆ ਮਹਾਰਾਜ ਦੇ ਧੜ ਦਾ ਕੀਤਾ, ਆਪਣੇ ਘਰ ਨੂੰ ਹੀ ਅੱਗ ਲਾਤੀ। ਵੀ ਕੋਈ ਸੂਹ ਨਿਕਲਣੀ ਨਹੀਂ ਵੀ ਮੇਰੇ ਘਰ ਨੂੰ ਹੀ ਅੱਗ ਲੱਗ ਗਈ। ਜੇ ਉਸ ਤਰ੍ਹਾਂ ਸੰਸਕਾਰ ਕਰਦਾ ਸਰਕਾਰ ਨੂੰ ਪਤਾ ਲੱਗ ਜਾਣਾ। ਆਪਣੇ ਘਰ ਨੂੰ ਹੀ ਅੱਗ ਲਾ ਦਿੱਤੀ। ਵੇਖੋ ਸਿੱਖਾਂ ਦਾ ਜੀਵਨ, ਗੁਰੂ ਕੇ ਸਿੱਖਾਂ ਦਾ ਜੀਵਨ, ਕੈਸਾ ਜੀਵਨ ਹੈ ਉਹਨਾਂ ਦਾ। ਸੋ ਉੱਥੇ ਗੁਰਦੁਆਰਾ ਜਿਹੜਾ ਅੱਜ ਬਣਿਆ ਹੋਇਆ ਰਕਾਬਗੰਜ ਸਾਹਿਬ ਗੁਰਦੁਆਰਾ, ਜਿੱਥੇ ਬਾਬਾ ਲੱਖੀ ਸ਼ਾਹ ਵਣਜਾਰੇ ਜੀ ਨੇ ਸਾਧ ਸੰਗਤ ਜੀ ਧੜ ਦਾ ਸੰਸਕਾਰ ਕੀਤਾ। ਸੋ ਅੱਜ ਦਾ ਇਤਿਹਾਸ ਹੀ ਗੁਰੂ ਤੇਗ ਬਹਾਦਰ ਮਹਾਰਾਜ ਦਾ। ਸੋ ਆਪ ਜੀ ਨੇ ਬੜੇ ਪ੍ਰੇਮ ਸਤਿਕਾਰ ਨਾਲ ਸਰਵਣ ਕੀਤਾ। ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ। ਇਤਿਹਾਸ ਦਾ ਸਤਿਕਾਰ ਕਰਦੇ ਹੋਏ ਬੈਠੇ ਨੇ ਸਾਰੀ ਸੰਗਤ, ਵੀਰ ਸਾਡੇ ਸਤਿਕਾਰਯੋਗ, ਸਾਰਿਆਂ ਨੇ ਸਤਿਕਾਰ ਕੀਤਾ, ਮਾਇਆ ਅਰਪਣ ਕੀਤੀ ਹੈ। ਤੁਹਾਡੀ ਨੇਕ ਕਮਾਈ ਨੂੰ, ਬੱਚਿਆਂ ਦੀ ਨੇਕ ਕਮਾਈ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਸਫਲਾ ਕਰੇ। ਤੁਹਾਡੇ ਪਰਿਵਾਰ, ਤੁਹਾਡੇ ਬੱਚਿਆਂ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਮਿਹਰ ਭਰਿਆ ਹੱਥ ਰੱਖੇ। ਗੁਰੂ ਤੇਗ ਬਹਾਦਰ ਸਿਮਰੀਏ, ਘਰ ਨੌ ਨਿ ਆਵੇ, ਧਾਈ ਸਭ ਥਾਈ ਹੋਏ ਸਹਾਈ। ਉਹਨਾਂ ਦੀ ਪਹੁੰਚ ਇੱਥੇ ਵੀ ਹੈ ਤੇ ਬਾਹਰ ਵੀ ਹੈ। ਸਭ ਥਾਈ ਹੋਏ ਸਹਾਈ, ਸਭ ਥਾਂ ਤੇ ਨੇ ਮਹਾਰਾਜ, ਸਹਾਇਕ ਹੁੰਦੇ ਨੇ ਮਹਾਰਾਜ। ਸੋ ਬੜਾ ਸਬੂਤ ਦਿੱਤਾ ਹੈ। ਭਾਵੇਂ ਤੁਹਾਡੇ ਫਰਜ਼ ਬੜੇ ਨੇ, ਭੈਣਾਂ ਦੇ ਵੀ, ਘਰਾਂ ਕਦੇ ਇਹ ਵੀਰ ਬੈਠੇ ਨੇ, ਇਹਨਾਂ ਦੇ ਵੀ ਫਰਜ਼ ਬੜੇ ਨੇ, ਪਰ ਅੱਜ ਸਮਾਂ ਵੀ ਵੱਧ ਲੱਗਿਆ, ਪਰ ਤੁਸੀਂ ਪ੍ਰੇਮ ਦਾ ਸਬੂਤ ਵੀ ਬੜਾ ਦਿੱਤਾ ਹੈ। ਸਾਰਿਆਂ ਦਾ ਧੰਨਵਾਦ। ਬਾਬਾ ਅਮਰ ਸਿੰਘ ਜੀ, ਭਾਈ ਰਣਜੀਤ ਸਿੰਘ ਜੀ, ਸਰਦਾਰ ਗੁਰਮੀਤ ਸਿੰਘ ਜੀ, ਗੁਰੂ ਘਰ ਦੇ ਸੇਵਾਦਾਰ ਸਰਦਾਰ ਗੁਰਦੇਵ ਸਿੰਘ ਜੀ ਨੰਬਰਦਾਰ ਜੀ, ਬੜੇ ਪ੍ਰੇਮ ਦਾ ਸਬੂਤ ਸਾਰੀ ਸੰਗਤ ਨੇ ਦਿੱਤਾ ਹੈ। ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਤੁਹਾਡੇ ਬੱਚਿਆਂ ਤੇ ਪਰਿਵਾਰਾਂ ਤੇ ਗੁਰੂ ਤੇਗ ਬਹਾਦਰ ਮਹਾਰਾਜ ਕਿਰਪਾ ਬਣਾਵੇ, ਮਿਹਰ ਭਰਿਆ ਹੱਥ ਰੱਖੇ, ਚੜ੍ਹਦੀ ਕਲਾ ਬਖਸ਼ੇ। ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਨੂੰ ਕੋਟ ਕੋਟ ਨਮਨ, ਕੋਟ ਕੋਟ ਪ੍ਰਣਾਮ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਨੂੰ। ਸੋ ਪਹਿਲਾਂ ਅਰਦਾਸ ਕਰਨ ਲੱਗੇ ਸੀ 5 ਵਜੇ ਲਗਭਗ, ਉਦੋਂ ਫਿਰ ਸੰਗਤ ਪਹੁੰਚੀ ਨਹੀਂ ਸੀ ਅਜੇ। ਫਿਰ ਪਹਿਲਾਂ ਕਥਾ ਸ਼ੁਰੂ ਕਰ ਲਈ। ਹੁਣ ਥੋੜ੍ਹੇ ਜਿਹੇ ਮਿੰਟ ਹੋਰ ਲੱਗਣੇ, 5-7 ਮਿੰਟ ਹੋਰ, ਕਿਰਪਾ ਕਰ ਦਿਓ। ਅਰਦਾਸ ਬੇਨਤੀ ਸਾਰੇ ਰਲ ਮਿਲ ਕੇ ਕਰੀਏ।
ਆਨੰਦ ਸਾਹਿਬ ਦਾ ਪਾਠ, ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ ਦਾ ਵੀ ਪਾਠ ਹੋ ਗਿਆ, ਨਵੇਂ ਮਹੱਲੇ ਦੇ ਸ਼ਲੋਕਾਂ ਦੀ ਬਾਣੀ ਦਾ ਵੀ ਪਾਠ ਹੋਇਆ। ਸੋ ਹੁਣ ਆਪਾਂ ਸਾਰੇ ਰਲ ਮਿਲ ਕੇ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀਏ ਜੀ। ਇੱਥੇ ਹੀ ਫਤਿਹ ਬੁਲਾਉਣ ਲੱਗਿਆ, ਸਾਰੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਧ ਆਗੇ ਯਾਰ